ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਪੀ ਸਚ। ਆਪੇ ਪੱਟੀ ਕਲਮ ਆਪ ਉਪਰ ਲੇਖ ਵੀ ਤੂੰ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ। खेल खेल अखेल खेलन अंत को फिर एक। रूप निरंकार दे निर्गुण ते सरगुण प्यारे। रूप निरंकार दे ਸਰਗੁਣ ਪਿਆਰੇ। ਰੂਪ ਨਿਰੰਕਾਰ ਦੇ ਨਿਰਗੁਣ ਤੇ ਸਰਗੁਣ ਪਿਆਰੇ। ਉਹ ਰੂਪ ਨਿਰੰਕਾਰ ਦੇ ਨਿਰਗੁਣ ਤੇ ਸਰਗੁਣ ਪਿਆਰੇ। 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 ਰੂਪ ਨਿਰੰਕਾਰ ਦੇ 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 ਨਿਰਗੁਣ ਤੇ ਸਰਗੁਣ ਪਿਆਰੇ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਆਪਨ ਕੀਆ ਨਾਨਕਾ ਆਪੇ ਹੀ ਮਿਲ ਜਾਪ। ਮੈਂ ਨਹੀਂ ਪ੍ਰਭ ਸਭ ਕਿਛ ਤੇਰਾ। ਮੈਂ ਨਹੀਂ ਪ੍ਰਭ ਸਭ ਕਿਛ ਤੇਰਾ। ਨਿਰਗੁਣ ਤੂੰ ਹੈ ਸਰਗੁਣ ਤੇਜ ਕਰਤਾ।
ਆਪਣ ਪ੍ਰਭ ਤੇਰੇ ਕੋ ਸਗਲ ਬਸੇਰਾ। ਆਪੇ ਹੀ ਰਾਜਨ ਆਪੇ ਹੀ ਰਾਇਆ, ਕਹਿ ਕਹਿ ਠਾਕੁਰ ਕਹਿ ਕਹਿ ਵੀਰਾ। ਠਾਕੁਰ ਰਾਮਾ ਸੋ ਬਲਵੰਤਾ, ਜੈ ਜੈ ਤੇਥੋਂ ਕਹਿ ਕਹਿ ਮੇਰਾ। ਗੁਰ ਤੇ ਤਿਉ ਨਾਮ ਸਾਗਰ ਗੂੰਜ ਕਹੀ ਅੰਧੇਰਾ। ਗੁਰੂ ਪਿਆਰੇ ਸਾਧ ਸੰਗਤ ਜੀਓ, ਆਓ ਸਮਾਈ ਭਾਈ ਖੰਡਾਂ ਬ੍ਰਹਮੰਡਾਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਟਰਸਟੀ ਪ੍ਰਬੰਧਕ ਜਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਸ ਪਾਵਨ ਸਥਾਨ ਤੇ ਰਤਵਾੜਾ ਸਾਹਿਬ ਵਿਖੇ ਇਸ ਵਾਰ 2 ਦਿਨ ਦੇ ਸਾਲਾਨਾ ਗੁਰਮਤਿ ਸਮਾਗਮ ਰੱਖੇ ਹਨ। ਇਹ ਸਮਾਗਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਹਨ। ਸੰਤ ਮਹਾਰਾਜ ਜੀ ਰਤਵਾੜਾ ਸਾਹਿਬ ਵਾਲੇ, ਉਹਨਾਂ ਦੀ ਮਿੱਠੀ ਨਿੱਘੀ ਯਾਦ, ਉਹਨਾਂ ਦੇ ਜੀਵਨ ਸਾਥੀ ਸਤਿਕਾਰਯੋਗ ਬੀਜੀ, ਉਹਨਾਂ ਦੀ ਮਿੱਠੀ ਨਿੱਘੀ ਯਾਦ ਮਨਾਈ ਜਾਂਦੀ ਹੈ। ਮਹਾਨ ਸ਼ਹੀਦ ਗੁਰੂ ਘਰ ਦੇ ਉਹਨਾਂ ਦੀ ਕੁਰਬਾਨੀ ਨੂੰ, ਸ਼ਹਾਦਤ ਨੂੰ ਨਮਸਕਾਰ ਕੀਤੀ ਜਾਂਦੀ ਹੈ। ਮਹਾਂਪੁਰਸ਼ਾਂ ਨੇ ਸਾਰਾ ਜੀਵਨ ਗੁਰਮਤਿ ਦਾ ਪ੍ਰਚਾਰ ਕਰਕੇ ਵਿਛੜੀਆਂ ਰੂਹਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ, ਔਰ ਇਹਨਾਂ ਸਮਾਗਮਾਂ ਦੇ ਅਖੀਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਮਨਾਏ ਜਾਂਦੇ, ਜਿਸ ਵੇਲੇ 4 ਦਿਨ ਦੇ ਪ੍ਰੋਗਰਾਮ ਹੁੰਦੇ, ਹੁਣ 2 ਦਿਨ ਦੇ ਪ੍ਰੋਗਰਾਮ ਹਨ। ਅੱਜ ਵੀ ਆਪ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਨਾਲ ਜੁੜੇ ਹੋਏ ਹੋ। ਆਸਾ ਜੀ ਦੀ ਵਾਰ ਦੇ ਕੀਰਤਨ, ਰਾਗੀ ਸਿੰਘਾਂ ਤੋਂ ਗੁਰਬਾਣੀ ਦੇ ਰਸ ਪਿੰਨੇ ਕੀਰਤਨ, ਬਾਬਾ ਗੁਰਪਾਲ ਸਿੰਘ ਜੀ, ਬਾਬਾ ਸੁਖਜੀਤ ਸਿੰਘ ਜੀ, ਸਰੂਰ ਵਾਲੇ ਮਹਾਂਪੁਰਸ਼ਾਂ ਤੋਂ ਜੋ ਆਏ, ਉਹਨਾਂ ਤੋਂ ਉਪਰੰਤ ਸੰਤ ਬਾਬਾ ਹਰਪਾਲ ਸਿੰਘ ਜੀ, ਉਹਨਾਂ ਨੇ ਕੀਰਤਨ ਰਾਹੀਂ ਸੰਗਤਾਂ ਦੀਆਂ ਝੋਲੀਆਂ ਭਰੀਆਂ। ਕਥਾ ਗੁਰਮਤਿ ਵਿਚਾਰਾਂ, ਮਹਾਂਪੁਰਸ਼ਾਂ ਦੇ ਜੀਵਨ ਬਾਰੇ ਬਹੁਤ ਕੁਛ ਦੱਸਿਆ। ਸਤਿਕਾਰਯੋਗ ਰੰਧਾਵੇ ਵਾਲੇ ਮਹਾਂਪੁਰਸ਼, ਜਿਨ੍ਹਾਂ ਦਾ ਮਹਾਂਪੁਰਸ਼ਾਂ ਦੇ ਸਮੇਂ ਤੋਂ ਹੀ ਇਸ ਸੰਸਥਾ ਨਾਲ, ਸੰਗਤ ਨਾਲ ਪਿਆਰ ਹੈ, ਉਹਨਾਂ ਨੇ ਗੁਰਮਤਿ ਵਿਚਾਰਾਂ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਔਰ ਹੁਣੇ ਰਾੜਾ ਸਾਹਿਬ ਜੀ ਦੀ ਸੰਪਰਦਾ ਦੇ ਮੁਖੀ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਬਲਜਿੰਦਰ ਸਿੰਘ ਜੀ, ਉਹਨਾਂ ਨੇ ਬੜੇ ਪਿਆਰੇ ਬਚਨ ਔਰ ਰਸ ਪਿੰਨੇ ਕੀਰਤਨ ਕਰਕੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ। ਇਸ ਤੋਂ ਇਲਾਵਾ ਇਸ ਇਲਾਕੇ ਦੇ ਸਮਾਜ ਸੇਵਕ ਸਿੱਧੂ ਸਾਹਿਬ, ਉਹਨਾਂ ਨੇ ਵੀ ਹਾਜ਼ਰੀ ਭਰੀ ਹੈ। ਸਰਦਾਰ ਇੰਦਰਜੀਤ ਸਿੰਘ ਜੀ ਰੰਧਾਵਾ, ਜਿਨ੍ਹਾਂ ਦਾ ਪਰਿਵਾਰ ਅੱਜ ਤੋਂ ਨਹੀਂ ਬਜ਼ੁਰਗਾਂ ਤੋਂ ਇਸ ਸੰਸਥਾ ਨਾਲ ਜੁੜਿਆ ਹੋਇਆ ਹੈ, ਉਹਨਾਂ ਨੇ ਵੀ ਸੰਗਤਾਂ ਦੇ ਦਰਸ਼ਨ ਕੀਤੇ। ਆਓ ਜੋ ਬਾਕੀ ਸਮਾਂ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰ ਸ਼ਬਦ ਨਾਲ ਜੁੜੀਏ। ਦਾਸ ਨੇ ਸਵੇਰ ਦੀ ਕਥਾ ਵਿੱਚ ਜਿੱਥੇ ਹੋਰ ਵਿਚਾਰਾਂ ਬੇਨਤੀਆਂ ਕੀਤੀਆਂ, ਉੱਥੇ ਸਤਿਕਾਰਯੋਗ ਬੀਜੀ ਉਹਨਾਂ ਦੇ ਜੀਵਨ ਬਾਰੇ ਕੁਛ ਬੇਨਤੀਆਂ ਕੀਤੀਆਂ ਕਿ ਉਹਨਾਂ ਦਾ ਜੀਵਨ ਕੈਸਾ ਸੀ, ਸੰਤ ਦੇ ਲੱਛਣ ਕੀ ਹਨ। ਔਰ ਸਰੀਰ ਚਾਹੇ ਭਾਈ ਦਾ ਹੈ ਚਾਹੇ ਬੀਬੀ ਦਾ ਹੈ, ਇੱਥੇ ਗੁਰੂ ਘਰ ਵਿੱਚ ਬਰਾਬਰਤਾ ਹੈ, ਕਿਉਂਕਿ ਗਿਆਨ ਸਰੀਰ ਨੂੰ ਨਹੀਂ, ਗਿਆਨ ਸੁਰਤ ਨੂੰ ਹੁੰਦਾ ਹੈ, ਅਤੇ ਸੁਰਤ ਸਾਰਿਆਂ ਦੀ ਇੱਕੋ ਜਿਹੀ ਹੁੰਦੀ ਹੈ। ਜਿੱਥੇ ਗੁਰੂ ਘਰ ਵਿੱਚ ਕਰਨੀ ਕਮਾਈ ਵਾਲੇ ਮਹਾਂਪੁਰਖ, ਉੱਥੇ ਗੁਰੂ ਘਰ ਵਿੱਚ
ਕਰਨੀ ਕਮਾਈ ਵਾਲੀਆਂ ਮਾਤਾਵਾਂ ਬੀਬੀਆਂ ਅਨੇਕ ਹੋਈਆਂ ਨੇ। ਸੋ ਆਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਗੁਰੂ ਨਾਨਕ ਸਾਹਿਬ ਜੀ 10ਵੇਂ ਸਰੂਪ ਜੀ ਨੂੰ ਨਮਸਕਾਰ ਕਰੀਏ, ਜੋ ਕਿ ਆਪ ਜੀਆਂ ਨੇ ਇਸ ਸੰਸਾਰ ਦੇ ਭਲੇ ਵਾਸਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ, ਕਿੰਨੇ ਪਰਉਪਕਾਰ ਕੀਤੇ ਹਨ। ਜਿੱਥੇ ਕਿ ਆਪ ਜੀ ਦੇ ਪਿਤਾ ਜੀ ਸ਼ਹੀਦ, ਮਾਤਾ ਜੀ ਸ਼ਹੀਦ, ਚਾਰੇ ਸਾਹਿਬਜ਼ਾਦੇ ਸ਼ਹੀਦ, ਔਰ ਆਪ ਜੀ ਦੇ ਉੱਤੇ ਵੀ ਖੰਜਰ ਦਾ ਵਾਰ ਹੋਇਆ। ਐਸੇ ਸਤਿਗੁਰੂ ਜਿਨ੍ਹਾਂ ਨੂੰ ਸਰਬੰਸ ਦਾਨੀ ਕਹਿੰਦੇ ਹਨ, ਪੁੱਤਰਾਂ ਦੇ ਦਾਨੀ ਕਹਿੰਦੇ ਹਨ। ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਰਬੰਸ ਵਾਰਿਆ, ਔਰ ਪੁੱਤਰਾਂ ਨਾਲੋਂ ਵੱਧ ਪਿਆਰੇ ਗੁਰਸਿੱਖ ਸਿੰਘ ਜਿਨ੍ਹਾਂ ਦੀਆਂ ਦੇਸ਼ ਕੌਮ ਧਰਮ ਵਾਸਤੇ ਸ਼ਹਾਦਤਾਂ ਦਿੱਤੀਆਂ, ਐਸੀ ਮਿਸਾਲ ਕਿਧਰੇ ਨਹੀਂ ਮਿਲਦੀ। ਜਿੱਥੇ ਹੋਰ ਕੁਰਬਾਨੀਆਂ ਤੇ ਕਿੰਨੇ ਪਰਉਪਕਾਰ ਕੀਤੇ ਨੇ ਜੋ ਆਪਾਂ ਗਿਣ ਨਹੀਂ ਸਕਦੇ, ਉੱਥੇ ਇਸ ਸੰਸਾਰ ਦੇ ਭਲੇ ਵਾਸਤੇ ਵੱਡਾ ਜਿਹੜਾ ਪਰਉਪਕਾਰ ਕੀਤਾ ਹੋਰ, ਉਹ ਇਹ ਹੈ ਕਿ ਗੁਰਸਿੱਖਾਂ ਨੂੰ, ਇਸ ਸੰਸਾਰ ਨੂੰ ਸ਼ਬਦ ਗੁਰੂ ਨਾਲ ਜੋੜਿਆ। ਸੰਸਾਰ ਬਚਨ ਮੈਂ ਤਾਂ ਕਿਹਾ ਕਿ ਗੁਰੂ ਦਾ ਉਪਦੇਸ਼ ਕਿਸੇ ਇੱਕ ਕੌਮ ਵਾਸਤੇ ਨਹੀਂ, ਸਾਰੀ ਮਨੁੱਖਤਾ ਵਾਸਤੇ ਹੈ। ਇੱਥੇ ਅਰਦਾਸ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਾਡਾ ਬਚਾਅ ਹੀ ਗੁਰੂ ਗ੍ਰੰਥ ਸਾਹਿਬ ਕਰਕੇ ਹੈ ਪਿਆਰਿਓ। ਜਦ ਅਸੀਂ ਪਿਛਲੇ ਇਤਿਹਾਸ ਵਿੱਚ ਝਾਤੀ ਮਾਰਨੇ ਆ ਤੇ ਭਾਈ ਦਾਤੂ ਦਾਸੂ ਨੂੰ ਗੱਦੀ ਨਹੀਂ ਸੀ ਮਿਲੀ, ਪਰ ਉਹਨਾਂ ਨੇ ਹਰ ਹੀਲਾ ਕੀਤਾ। ਕਿਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬੈਠੇ ਹੈ ਤੇ ਉਹਨਾਂ ਦੀ ਵੱਖੀ ਵਿੱਚ ਲੱਤ ਮਾਰੀ ਹੈ ਭਾਈ ਦਾਤੂ ਨੇ। ਕਿਤੇ ਭਾਈ ਦਾਸੂ ਰਿੱਧੀਆਂ ਸਿੱਧੀਆਂ ਵਰਤ ਕੇ ਤੇ ਬਿਮਾਰਾਂ ਨੂੰ ਰਾਜੀ ਕਰਦਾ, ਭਾਵੇਂ ਆਪਣਾ ਸਿਰ ਪਾਟਣ ਤੇ ਆ ਗਿਆ। ਜੇ ਇਸ ਤੋਂ ਅੱਗੇ ਚੱਲੀਏ ਤੇ ਭਾਈ ਪ੍ਰਿਥਵੀ ਨੇ ਗੁਰਗੱਦੀ ਵਾਸਤੇ ਕੀ ਨਹੀਂ ਕੀਤਾ। ਇਸ ਤੋਂ ਅੱਗੇ ਚੱਲੀਏ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਮੇਂ 22 ਮੰਜੀਆਂ ਡਹਿ ਗਈਆਂ ਸਨ ਨਕਲੀ ਗੁਰੂਆਂ ਦੀਆਂ। ਜੇਕਰ ਆ ਬਖਸ਼ਿਸ਼ ਸਾਡੇ ਤੇ ਭਾਵ ਸੰਸਾਰ ਤੇ ਨਾ ਹੁੰਦੀ, ਵਾਹਿਗੁਰੂ ਜਾਣੇ ਕੀ ਹੁੰਦਾ। ਇਹ ਵੱਡਾ ਪਰਉਪਕਾਰ ਸੰਸਾਰ ਵਾਸਤੇ, ਸਾਡੇ ਵਾਸਤੇ, ਸੰਸਾਰ ਵਾਸਤੇ ਵੀ, ਜੋ ਮੇਰੇ ਸਤਿਗੁਰੂ ਨੇ ਕੀਤਾ ਹੈ। ਆਓ ਉਸ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ 'ਤੇ ਨਮਸਕਾਰ ਕਰੀਏ। ਸਾਰਿਆਂ ਨੇ ਗੱਜ ਵੱਜ ਕੇ ਸ਼ਬਦ ਵਿੱਚ ਧਾਰਨਾ ਵਿੱਚ ਬੋਲਣ ਦੀ ਖੇਚਲ ਕਰਨੀ ਹੈ ਜੀ। ਸਰਬੰਸ ਵਾਰਿਆ ਸ਼ਬਦ ਲਾੜ ਲਾਇਆ, ਧੰਨ ਦਸਮੇਸ਼ ਗੁਰੂ ਸਰਬੰਸ ਵਾਰਿਆ ਸ਼ਬਦ ਲਾੜ ਲਾਇਆ, ਧੰਨ ਦਸਮੇਸ਼ ਸਰਬੰਸ ਵਾਰਿਆ ਸ਼ਬਦ ਲਾੜ ਲਾਇਆ, ਧੰਨ ਦਸਮੇਸ਼ ਗੁਰੂ ਸਰਬੰਸ ਵਾਰਿਆ ਸ਼ਬਦ ਲਾੜ ਲਾਇਆ, ਧੰਨ ਦਸਮੇਸ਼ ਵਾਰਿਆ ਸ਼ਬਦ ਲੜ ਲਾਇਆ, ਧੰਨ ਦਸਮੇਸ਼ ਗੁਰੂ ਸਰਬੰਸ ਵਾਰਿਆ ਸ਼ਬਦ ਲੜ ਲਾਇਆ, ਧੰਨ ਦਸਮੇਸ਼ ਸਰਬੰਸ ਵਾਰਿਆ ਸ਼ਬਦ ਲੜ ਲਾਇਆ, ਧੰਨ ਦਸਮੇਸ਼ ਸਰਬੰਸ ਵਾਰਿਆ ਸ਼ਬਦ ਲੜ ਲਾਇਆ, ਧੰਨ ਦਸਮੇਸ਼ ਵਾਰਿਆ ਸ਼ਬਦ ਲੜ ਲਾਇਆ, ਧੰਨ ਦਸਮੇਸ਼
नमस्कारੈ। ऐसे गुर कौ बल बल जाइए, आप मुक्त मोहे तारै। कवन 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 गुण कहिए, अंत नहीं किछ पारै। लाख 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 कई कोरै, को है ऐसो विचारै। बिस्म 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 ही पई है, लाल गुलाल रंगारै। कहो नानक संतन रस आई है, जो चाख गूंगा मुस्कारा। धन सतगुरु अज हजूर साहब की धरती नूं भाग ला रहे हैं। सारियां संगतां दर्शन कर कर निहाल हो रही ने। धन गुरु गोबिंद सिंह महाराज जी ने बचन किया कि प्यारे खालसा जी, असी अकाल पुरख वाहिगुरू दे हुक्म नाल संसार ते आए। जो सानू हुक्म होया वो असी कीता। धर्म चलावन संत अबारन, दुष्ट सन को मूल उपारन। ते हुण हुक्म दे विच ही असी त्यारे कीते हन। हुक्म रजाई चलना, नानक लिखिया नाल। जिसले ऐसे बचन कीते ने तां उस वेले जिन्ने गुरसिख सन गुरु प्यारे, उन्हां दे नेत्रां विचों जल वह तुरिया। सच्चे पातशाह, असी आप जी का विछोड़ा सहन नहीं कर सकते। असी वो समा वो दिन नहीं देखना चाहते, घड़ी नहीं देखनी चाहते जदों इन्हां अखां नाल आप जी के दर्शन ना होण। प्यार है, विराग है, और नेत्रां दे विचों प्यार दा जल इस तरह वह रहा है। ओ दिल समुंदर ने उछाले मारे, चले दरिया नैना चों। दिल समुंदर ने उछाले मारे, चले दरिया नैना चों। चले दरिया नैना मेरे प्यारे, दरिया नैना ओ बाबा बाबा। चले दरिया नैना प्यारे, चले दरिया नैना बाबा बाबा। चले दरिया नैना दिल समुंदर ने उछाले मारे, उछाले मारे। चले दरिया नैना चों। दिल समुंदर ने उछाले मारे, चले दरिया नैना चों। दिल समुंदर ने उछाले मारे, चले दरिया नैना चों। मछली बिन पानी है, जो मछली बिन पानी है, जो जीवन पावे। बूंद विहूणा चात्र को, बूंद विहूणा चात्र को, क्यों काट बतावे। नाद तुरंत
ਕਰਨਗੇ ਵਿਦਿਆ, ਨਾਦ ਕਰਨਗੇ ਵਿਦਿਆ ਸਨਮੁਖ ਉਠਾਵੇ, ਪਵਨ ਲੋਕੀ ਕੁਛ ਪਾਸ ਕਾ। ਪਵਨ ਲੋਕੀ ਕੁਛ ਪਾਸ ਕਾ, ਲਿਆ ਨੂੰ ਬੰਦਾਵੇ, ਜੋ ਸੰਤ ਜਨਾ ਹਰ ਪ੍ਰੀਤ ਹੈ, ਸੰਤ ਜਨਾ ਹਰ ਪ੍ਰੀਤ ਹੈ, ਇੱਕ ਦਸ ਆਵੇ, ਜੋ ਮਛਲੀ ਬਿਨ ਪਾਣੀ ਹੈ। ਹੋਂ ਰਹਿ ਨਾ ਸਕਾਂ ਬਿਨ ਦੇਖੇ ਮੇਰੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੈ ਜੀਉ। ਇੰਨਾ ਪਿਆਰ ਇੰਨਾ ਵੈਰਾਗ ਹੈ। ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਭ ਨੂੰ ਪਿਆਰ ਨਾਲ ਨੇੜੇ ਬਿਠਾਇਆ ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ, ਤਬ ਸਾਦਰ ਸਭ ਨਿਕਟ ਬਿਠਾਰੇ, ਕਹੀਐ ਸ਼ੋਕ ਨ ਕਰੀਐ ਪਿਆਰੇ। ਸਥੂਲ ਸਰੀਰ ਸੰਯੋਗ ਵਿਜੋਗ ਈਸ਼ਰ ਨੇਤ 14 ਲੋਕ। ਇਹ ਜਿਹੜਾ ਸਥੂਲ ਸਰੀਰ ਹੈ ਇਹਦਾ ਸੰਯੋਗ ਵੀ ਹੈ, ਵਿਜੋਗ ਵੀ ਹੈ, ਇਹਦਾ ਮਿਲਾਪ ਵੀ ਹੈ ਤੇ ਵਿਛੋੜਾ ਵੀ ਹੈ। ਉਹ ਦੇ ਕਰਕੇ ਵਿਛੋੜੇ ਸਦਾ ਪੈਂਦੇ, ਇਹ ਹੈ ਨੇਤ ਮਾਲਕ ਦੀ ਦੇਹ ਕਰਕੇ ਵਿਛੋੜੇ ਸਦਾ ਪੈਣੇ, ਇਹ ਹੈ ਨੇਤ ਮਾਲਕ ਦੀ ਦੇਹ ਕਰਕੇ ਵਿਛੋੜੇ ਸਦਾ ਪੈਣੇ, ਇਹ ਹੈ ਨੇਤ ਮਾਲਕ ਇਹ ਕਰਕੇ ਵਿਛੋੜੇ ਸਦਾ ਪੈਣੇ, ਇਹ ਹੈ ਨੇਤ ਮਾਲਕ ਦੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੀ ਬਾਣੀ ਵਿੱਚ ਵੱਡਿਆਂ ਵੱਡਿਆਂ ਦਾ ਜ਼ਿਕਰ ਕਰਦੇ ਨੇ। ਪੀਰ ਪਕੰਬਰ ਕੇਤੇ ਗਨੇ ਨਾ ਪਰਤ ਏਤੇ, ਭੂਮ ਹੀ ਤੈ ਹੋਏ ਕੈ ਫਿਰ ਭੂਮ ਹੀ ਵਲੇ ਹੈ। ਕਿੱਥੇ ਗਏ ਨੇ ਪਕੰਬਰ ਪੀਰ ਔਲੀਏ, ਜਗ ਤੇ ਨਾ ਕੋਈ ਦਿਸਦਾ, ਗਏ ਨੇ ਪਕੰਬਰ ਪੀਰ ਔਲੀਏ ਜੀ, ਜਗ ਤੇ ਨਾ ਕੋਈ ਦਿਸਦਾ। ਉਹ ਕਿੱਥੇ ਗਏ ਨੇ ਪਕੰਬਰ ਪੀਰ ਔਲੀਏ, ਜਗ ਤੇ ਨਾ ਕੋਈ ਦਿਸਦਾ। ਉਹ ਕਿੱਥੇ ਗਏ ਨੇ ਪਕੰਬਰ ਪੀਰ ਔਲੀਏ, ਜਗ ਤੇ ਨਾ ਕੋਈ ਦਿਸਦਾ। शिव भय एक गए एक मेर भय गए, एक मेर भय। रामचंद्र कृष्ण के अवतार भी अनेक हैं, ब्रह्मा और विष्णु केते वेद और पुराण केते, वेद और पुराण केते। सिमरन समूहन के हुए बताए हैं। मोरनी मदार केते अश्वनी कुमार केते, अश्वनी कुमार केते। अवतार केते काल वंश पे हैं, पकंबर केते गने ना परत एते, गने ना परत एते। भूमि ते होय के फिर भूमि मलए हैं। ਸਾਹਿਬ ਪਿਆਰ ਦੇ ਬਚਨ
ਬਚਨ ਕਰਕੇ ਸਮਝਾ ਰਹੇ ਹੈ। ਸੰਸਾਰ ਤੇ ਬੜੇ ਬੜੇ ਗੁਰੂ ਪੀਰ ਪੈਗੰਬਰ ਅਵਤਾਰ ਹੈ, ਸਰੀਰ ਕਰਕੇ ਕੋਈ ਸਦਾ ਨਹੀਂ ਰਿਹਾ। ਇਹ ਖਾਲਸਾ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਂ ਨੇ ਵੀ ਸਮੇਂ ਸਮੇਂ ਭਾਣਾ ਵਰਤਾਇਆ ਹੈ। ਸਾਰਿਆਂ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਸਾਡੇ ਵਾਸਤੇ ਆਪ ਜੀ ਦਾ ਵਿਛੋੜਾ ਸਹਿ ਹੈ, ਨਹੀਂ ਸਹਿਣ ਕਰ ਸਕਦੇ। ਉਸ ਵੇਲੇ ਸੁਨਤ ਖਾਲਸੇ ਕੀਨਸ ਬਿਨਤੀ, श्री प्रभ हम सब के मन गिनती। नौ पातशाह अंत को सारे, संगत लार पकड़ाए उधारे। पुन बैकुंठ गमन को करे, हम किसके पग पर सिर धरै। के कर अलंब को चले, बंद खालसा तुमरो भले। गुरु नानक साहब तो लैके नौवें पातशाह तक जब भाणा वरताउंदे ते पहला गुरु का पल्ला फड़ा के फिर भाणा वरताउंदे। सानू दसो किहदे लड़ ला के जा रहे हो, किस दे चरनां ते असीं मत्था टेकांगे, कौन सानू दर्शन देगा, कौन साडीआं भावनावां पूरीआं करेगा, किस नूं असीं समर्थ गुरु मन्नांगे। धन गुरु गोबिंद सिंह महाराज कहंदे, गुरसिखो खालसा जी विछोड़ा शरीर का पैना, गुरु का कदे विछोड़ा नहीं पैंदा। ध्यान देना, ये विछोड़ा शरीर का है ते गुरु का विछोड़ा कदे नहीं पैंदा। सारे कहते सच्चे पातशाह साडे अंदर तां ये बचन जो गुरबाणी दा, जिस प्यारे से उन्हें हो तिसा के अमर चलिए। त्रिग जीवन संसार ताकै पातशाह जीवना आ चल रहा है। ओ साहब दे जान तो पहला ही छड़ जाइए दुनिया, साहब दे जान तो पहला छड़ जाइए दुनिया, साहब दे जान तो पहला छड़ जाइए दुनिया। ओ साहब दे जान तो पहला छड़ जाइए दुनिया। साहिब दे जान को पहला छड़ जाइए दुनिया, साहिब दे जान को पहला छड़ जाइए दुनिया। पहला छड़ जाइए दुनिया, पहला छड़ जाइए दुनिया, पहला छड़ जाइए दुनिया, पहला छड़ जाइए दुनिया। पहला छड़ जाइए दुनिया, पहला छड़ जाइए दुनिया। पहला छड़ जाइए दुनिया, पहला छड़ जाइए दुनिया, पहला छड़ जाइए दुनिया, पहला छड़ जाइए दुनिया। पहला छड़ जाइए दुनिया, पहला छड़ जाइए दुनिया। साहिब दे जान तो पहला छड़ जाइए दुनिया, साहिब दे जान तो पहला छड़ जाइए दुनिया। साहिब दे जान तो पहला छड़ जाइए दुनिया, साहिब दे जान तो पहला छड़ जाइए दुनिया। साहिब दे जान को पहला छड़ जाइए दुनिया, साहिब दे जान को पहला छड़ जाइए दुनिया। विछोड़ा सुने दुख बिन डिठे मरियो, बाज प्यारे अपने बिरही ना तरियो। इस तरह विराग विच हन सारे सतगुर दीआं बख्शां, सतगुर दे परोपकार याद आ रहे हैं। किवें धर्म वास्ते तिरक जंजू दी राखी वास्ते अजे 9 साल की उम्र पूरी नहीं सी ते पिता तोरिया दिल्ली नूं। कोई विद्वान, एक विद्वान लिखदा है, जब बारक थे तब पालक दियो, जब पालक थे तब बारक दियो। बचपन में पालन हारे पिता ने तोरिया, जदों पिता बने तो हथी पुत्रा नूं तोरिया। वो 1699 की विसाखी याद आ रही है, किवें आप जियां ने बख्शां कीतियां। 80,000 के इकट्ठ विचों जिहड़े 5 योधे सूरमे नितरे, जिन्हां ने आपा आप सब गुरु नूं भेटा कीता, उन्हां दे शीश लए ते अंबर दी दात बख्शिश करके उन्होंने ब्रह्म ज्ञान की दात बख्शी है, ते आप फिर उन्होंने तो अमर छकिया सी प्यारे। किवें बख्शां कीतियां।
वो कच्ची गड़ी याद आ रही है। दुनिया के अंदर मिसाल है, 10वें पातशाह महाराज ते 5 प्यारे, 2 वड्डे साहिबजादे बाकी सिंह, टोटल गिनती 40 के करीब है। 10 लाख फौज नाल मुकाबला किया है। प्यारे सन 66 तक ਜਿਹੜੇ ਬਜ਼ੁਰਗ ਦੱਸਦੇ ਉਹਦੇ ਦਰਸ਼ਨ ਹੁੰਦੇ ਸਨ। ਉਹ ਕੱਚੀ ਗੜੀ ਅੱਜ ਸਾਨੂੰ ਭੁੱਲ ਰਹੀ ਹੈ, ਧਿਆਨ ਦੇਣਾ ਪਿਆਰਿਆ। ਅੱਜ ਸਾਡੇ ਬੱਚੇ, ਨੌਜਵਾਨ ਬੱਚੇ ਬੱਚੀਆਂ, ਉਹਨਾਂ ਦੇ ਖਿਆਲ ਕਿਸ ਪਾਸੇ ਜਾ ਰਹੇ ਹੈ? ਸੱਸੀ ਪੁੰਨੂ ਦੇ ਕਿੱਸੇ ਸੁਣਨਗੇ ਕਿ ਸੱਸੀ ਗਰਮ ਰੇਤੇ ਵਿੱਚ ਤੁਰੀ, ਥਲਾਂ ਵਿੱਚ ਤੁਰੀ, पर पंचम पातशाह भुल गए ਜਿਹੜੇ तत्ती तवे ते बैठे सी, तत्ती तवी ते शेष गर्म रेता पाया सी ते चान हो रहा सी, तेरा किया मीठा लागा है नाम पदार्थ नानक मांगा। प्यारे सोहनी महीवाल दे किस्से याद है ते लखां रुपए खर्च करते हैं सुनाउण वालियां। प्यारे वो बड़ा कुछ याद है। मिर्जा ते साहिबां दा बड़ा याद है, उहदा जंड ते याद है। ते जिस जंड नाल प्यारिओ भाई लक्ष्मण सिंह धारोवाली वाले नूं जंड नाल पुट्ठा लटका के साड़ के शहीद कीता सी, उस जंड नूं असीं भुल जाने आ। सोहनी कच्चे घड़े, कच्चे घड़ी ते तरी, पर वो ते एक जिहड़े प्यार सन, चाहे मिर्जा साहिबा का, चाहे हीर रांझे का, चाहे सोहनी महीवाल का, चाहे सस्सी पुन्नू का, वो चम ते हड्ड की प्रीत सी, पर इधर ते सच्ची प्रीत सिख की गुरु नाल ते गुरु की सिख नाल है। प्यारे ते वो कच्चे घड़े दीयां गल्लां याद ने, ते कच्ची गड़ी असीं किवें भुल जाने। जिहड़ा अपना इतिहास भुल जाएगा प्यारिओ, वो खाली हो जाएगा, वो सदा वास्ते फेल हो जाएगा। सतगुर की बाणी ते गुरु का इतिहास साडा जीवन है प्यारे। वो यादां आ रही ने जदों दमदमा साहिब माता सुंदर कौर ते माता साहिब कौर 10वें पातशाह नूं बेनती करन, सच्चे पातशाह चारे साहिबजादे नज़र नहीं आ रहे। साहिब कहंदे धर्म तो शहीद हो गए, सदा वास्ते अमर हो गए। सच्चे पातशाह चारे ही तो बचन याद आ रहा भी जदों खालसे वाल हथ करके मेरे साहब ने कहा सी, इन पुतन के शीश पर वार दिए सुत चार, चार तो क्या हुआ जीवत के हजार। जिस सतगुर ने पातशाहियां बख्शियां, दास कई बार बेनती करता है, 10वें पातशाह महाराज जी ने कलगी बख्शी है। चमकौर साहब की गढ़ी भावें अड अड इतिहास सन, पर वो खालसे नूं कलगी बख्शी है, नावां दे चक्कर विच नहीं पैना। ते गुरियाई गुरु ग्रंथ साहिब महाराज जी नूं प्यार, पातशाही खालसे नूं दित्ती है। आ तुसीं माझे दे इलाके विच जाओ ते उत्थे जदों आपस विच फतेह बुलाउंदे ने ते फतेह बुलाउण तो बाद कहणगे, सुनाओ पातशाह तुहाडा की हाल है। ते मैनूं जिन्नी कि समझ आई कि जो खालसा है ये पातशाह है, ते सतगुरु पातशाह दे पातशाह हन प्यारे। सतगुरु पातशाह दे पातशाह हैं, पातशाह दे पातशाह हैं सतगुरु। हुणे आप जी ने दास तो पहला संत बाबा बजिंदर सिंह जी तो सुनिया ना भी टगा रखिया सी सिख ने, तो वह भी चक ले सी, परवाह नहीं की। महापुरुषों रधावे वाले महापुरुषों ने सुनाया भी वह सिदक भरोसा किन्ना, जिन्हों कितों नहीं सी बख्शिश हुई, कितों नहीं सी दर्शन होए, ते उन्होंने रब दे दर्शन गुरु विचों आमरण कलाता जग में परवरे गुर परमेश्वर एको जान, गुर गोविंद गोविंद गुरु है, नानक भेद न पाई। आपां पहला शब्द भी पढ़िया, धारना पढ़ी है रूप निरंकार दे निर्गुण ते सरगुण प्यारे। सरगुण निर्गुण निरंकार सुन समाधि आप पापन किया, नानका आपे ही फिर जा। सतगुर ने किन्नियां बख्शां कीतियां प्यारे साडे ते असीं सतगुर दे पर पकार ना भुलीए। ओ किते भुल ना तू जावीं सिखा प्यारिया, पर उपकार गुरां दे किते भुल ना तू जावीं सिखा प्यारिया, पर उपकार गुरां
ਧੰਨ ਸਤਿਗੁਰੂ ਜਿਨ੍ਹਾਂ ਦੇ ਪਰਪਕਾਰ ਨਹੀਂ ਗਿਣੇ ਜਾਂਦੇ। ਖਾਲਸੇ ਦੇ ਅੰਦਰ ਵਿਰਾਗ ਹੈ, ਨੇਤਰਾਂ ਚੋਂ ਪਿਆਰ ਦਾ ਜਲ ਵਹਿ ਰਿਹਾ। ਬੇਨਤੀ ਕਰੇ ਕਹਿ ਕੇ ਕਰ ਅਲੰਬ ਕੋ ਚਲੇ, ਪੰਥ ਖਾਲਸਾ ਤੁਮਰੋ ਭਲੇ। ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੜੇ ਪਿਆਰ ਨਾਲ ਬਚਨ ਕੀਤਾ। ਇਹ ਸੁਨ ਤਬ ਸਤਿਗੁਰੂ ਜੀ ਕਰ ਦਇਆ ਉਚਾਰਾ, हम अब सो गुर थाप हैं जो सब सह पारा। ऐ गुर सिखो तुसी उदास ना हो, विराग विच ना हो। असी उस गुरु दे लड़ तुहानू ला के जा रहे हैं जिस गुरु वर्गा संसार ते ना कोई होया ते ना होएगा। आप जियां ने धन गुरु ग्रंथ साहिब महाराज जी दे प्रकाश कराए ते ताबिया 5 सिंह खड़े किए, 5 पैसे नाले रख के। भाई साहब भाई धर्म सिंह जी, जथेदार भाई संतोष सिंह जी लांगरी, बाबा दीप सिंह जी, बाबा गुरबख्श सिंह जी, भाई हर सिंह जी। इत्थे मैं बेनती करा, धन गुरु गोबिंद सिंह महाराज जी ने गुरु ग्रंथ साहिब जी की ताबिया 5 सिंह खड़े किए है। अज जदों असी सुनने पढ़ने इस जगह धन गुरु ग्रंथ साहिब महाराज जी की बाणी की बेअदबी हुई है। असी गुरु का बचन भुल गए 5 सिंघां वाला। प्यारे हो, मेरी बेनती है, मैं केवल इत्थे बैठी संगत नूं नहीं, सारियां ही गुरु नानक नाम ले बस संगतां नूं एक बेनती करनी। जिस नगर विच गुरुद्वारा साहिब है, जे भाई 100 घर है, 80 घर ने, ते ड्यूटी सेवा लो वड्डी, जे गुरु दी खुशियां लैनी है। एक परिवार वाले 2 जी दिने नाले उत्थे सेवा करन, नाले भजन करन, नाले बाणी सुन, नाले बाणी पढ़न। 1-2 जाने रात नूं रहन पाई। देखो जिमें लेखे विच लगेगा। कल्ले गुरुद्वारा साहिब के भाई साहब तो ही ना रहन दिए, उन्हें किते जाना भी है, आना भी है। ये साडे फर्ज बनते हैं। तुसी देखिया, दास ने भी देखिया, कई बार कोई नहीं हुंदा, कोई भी नहीं, ते समा इहो जिहा है। जेकर असी धन गुरु ग्रंथ साहिब जिन्हां दी इन्नियां बख्शां ने, तो साढ़े को जे इन्ना भी समा नहीं, जिहड़े नहीं सेवा संभाल कर सकते, गुरु दी खुशियां नहीं लै सकते, भाई असी आस विच आम है, जगह जगह, चाहे शहर है चाहे पिंड है, थोड़ी जी गल तो फिर दूसरा गुरुद्वारा, फिर तीसरा, यह बनता ही है, सब चल रहा है। मैं ये नहीं कहता गुरुद्वारा साहिब नहीं बनने चाहिए, बनने चाहिए है, पर केवल यही नहीं कि किसी समा मत्था टेक लिया छुट्टी नहीं। अज समा है, किसी भी धार्म ग्रंथ, गुरु ग्रंथ साहिब ते गुरुआं दे गुरु हैं ना, पीरां दे पीर, दातियां दे दाते, गुरुआं दे गुरु। चाहे गीता है, कुरान है, अंजील है, कोई होर धार्म ग्रंथ है, प्यारिओ, किसी भी धार्म ग्रंथ का निरादर नहीं होना चाहिए। ते गुरु ग्रंथ साहिब महाराज गुरुआं दे गुरु हैं प्यारे, ते ये साडे फर्ज बनते हैं। जे असी नहीं सेवा कर सकते, तो जिथे सेवा होंदी है उत्थे हथ जोड़ के गुरु ग्रंथ साहिब के स्वरूप जिहड़े आ उत्थे छड्ड दिंदे। बस हैरान हो जाइदा, जिहड़ा फड़िया जांदा उहदा मैडिकल सर्टिफिकेट पहले ही बनिया जद दिमाग काम नहीं करता। आम तुसी देखो, ये साजिश है बहुत वड्डी। मैं तुहानूं 1-2 मिसालां देंगा। करीब 3 साल की गल है। रुद्रपुर हुण उत्तराखंड च आ गया, पहला इकट्ठा सी रुद्रपुर बिलासपुर। बिलासपुर का जिहड़ा स्टेशन है बिलासपुर तो बाहर है कुछ किलोमीटर, तो वो स्टेशन तो थोड़ा नेड़े ही 8-10 घर, उत्थे बहुते घर, पिंड घट ने, कल्ले कल्ले सिंघां दे घर हैं, तो 8-10 घरां ने एक जगह ते गुरुद्वारा साहिब की सेवा
ਵੀ ਅਸੀਂ ਇੱਥੇ ਮੱਥਾ ਟੇਕਿਆ ਕਰੀਏ। ਨਾਲੇ ਕੋਈ ਸਟੇਸ਼ਨ 'ਤੇ ਆਉਂਦਾ ਜਾਂਦਾ ਹੈ ਭਾਈ, ਉਹਨੇ ਲੇਟ ਗੱਡੀ ਹੋ ਜਾਂਦੀ ਹੈ ਜਾਂ ਪਹਿਲਾਂ ਹੈ ਇੱਥੇ ਬਹਿ ਜਾ ਕਰਨ। ਅਤੇ ਉਹ ਗ੍ਰੰਥੀ ਸਿੰਘ ਤਾਂ ਵਿਚਾਰਾ ਹੈ ਨਹੀਂ ਸੀ, ਜਾਂ ਹੋ ਸਕਦਾ ਉਹ ਆਪ ਹੀ ਸੇਵਾ ਕਰਦੇ ਹੋਣ। ਇੱਕ ਬੰਦਾ ਉਹਨੂੰ ਪਤਾ ਹੈ ਇਸ ਟਾਈਮ ਗੱਡੀ ਰਾਮਪੁਰ ਤੋਂ ਚੱਲਣੀ ਹੈ। ਹੁਣ ਦੇਖਿਓ ਭਰਾ ਦਾ ਦਿਮਾਗ ਕੰਮ ਕਰਦਾ ਕਿ ਨਹੀਂ ਕਰਦਾ। ਉਹ ਜਾਣ ਬੁੱਝ ਕੇ ਨਲਕਾ ਸਾਹਮਣੇ ਸੀ, ਉੱਥੇ ਨਹਾਉਣ ਜਾ ਲੱਗ ਪਿਆ, ਟਾਈਮ ਪਾਸ ਕਰਨ ਡਿਆ ਨੀਚੇ। ਜਦ ਉਹਨੂੰ ਪਤਾ ਲੱਗ ਗਿਆ ਕਿ ਗੱਡੀ ਹੁਣ ਬਿਲਕੁਲ ਆ ਗਈ ਹੈ, ਇੱਕਦਮ ਅੰਦਰ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੈਗ 'ਚ ਪਾਏ ਤੇ ਰੇਲ ਗੱਡੀ ਤੇ ਚੜ੍ਹ ਗਿਆ। ਰੁਦਰਪੁਰ ਉਤਰ ਗਿਆ ਜਾ ਕੇ। ਆ ਭਾਈ ਪ੍ਰੀਤਮ ਸਿੰਘ ਰਾਤ ਉੱਥੇ ਫਿਰ ਗਏ ਸਨ ਰੁਦਰਪੁਰ। ਜਦੋਂ ਸਾਰੇ ਇਕੱਠੇ ਹੋਏ, ਜਿਸ ਵੇਲੇ ਸਟੇਸ਼ਨ ਤੇ ਉਤਰਿਆ ਤੇ ਬੈਗ ਹੱਥ ਵਿੱਚ ਸੀ, ਬੈਗ ਸੀ ਭਾਰਾ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ। ਪੁਲਿਸ ਵਾਲਿਆਂ ਨੇ ਦੇਖਿਆ ਵੀ ਇਹ ਥੱਲੇ ਨੂੰ ਹੋ ਰਿਹਾ, ਕੋਈ ਵਜਨ ਵਾਲੀ ਚੀਜ਼ ਹੈ। ਉਹਨਾਂ ਨੇ ਕਿਹਾ ਕਿਆ ਹੈ ਇਸਮੇ? ਉਹ ਬੈਗ ਛੱਡ ਕੇ ਭੱਜ ਗਿਆ। ਰੇਲ ਗੱਡੀ ਦੇ ਥੱਲੇ ਨੂੰ ਨਿਕਲ ਕੇ ਰੇਲ ਗੱਡੀ 'ਚ ਬੈਠ ਕੇ ਉਹਨੇ ਚੱਲ ਪਈ। ਹਾਲਦਵਾਰੀਆਂ ਜਾ ਕੇ ਫੜਿਆ, ਸਰਟੀਫਿਕੇਟ ਪਹਿਲਾਂ ਦੇ ਬਣਿਆ ਮੈਡੀਕਲ, ਇਹਦਾ ਦਿਮਾਗ ਕੰਮ ਨਹੀਂ ਕਰਦਾ। ਇਹ ਸਭ ਛੁੱਟਣ ਦੇ ਤਰੀਕੇ ਹੈ। ਇਹ ਇੱਕ ਨਹੀਂ, ਅਨੇਕਾਂ ਗੱਲਾਂ ਇਸ ਤਰ੍ਹਾਂ ਹੋ ਰਹੀਆਂ ਨੇ। ਬਾਅਦ ਜੀ ਦਾ ਦਿਮਾਗ ਨਹੀਂ ਕੰਮ ਕਰਦਾ। ਦੱਸੋ, ਜਿਹਦਾ ਦਿਮਾਗ ਕੰਮ ਨਹੀਂ ਕਰਦਾ ਉਹ ਇਹ ਕੰਮ ਕਰੇਗਾ? ਅੱਜ ਤੋਂ 50-60 ਸਾਲ ਪਿੱਛੇ ਚਲੇ ਜਾਈਏ, ਕਦੇ ਸੁਪਨੇ ਨਹੀਂ ਸੀ ਇਹ ਗੱਲ ਸੁਣੀ। ਅੱਜ ਸਾਨੂੰ ਸੁਚੇਤ ਹੋਣਾ ਪੈਣਾ ਹੈ। ਦਸਮ ਪਾਤਸ਼ਾਹ ਮਹਾਰਾਜ ਨੇ 5 ਸਿੰਘ ਤਾਬਿਆ ਖੜੇ ਇਸ ਕਰਕੇ ਕੀਤੇ ਹੈ ਕਿ ਭਾਈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਖਾਲੀ ਨਾ ਛੱਡੋ, 5 ਸਿੰਘ ਜ਼ਰੂਰ ਹੋਣੇ ਚਾਹੀਦੇ। ਔਰ ਕਈ ਜਗ੍ਹਾ ਘਟਨਾਵਾਂ ਹੋਈਆਂ। ਇੱਥੇ ਹੀ ਰਤਵਾੜਾ ਨਗਰ, ਆ ਰਤਵਾੜਾ ਸਾਹਿਬ ਹੈ ਨਾ, ਇੱਥੇ ਰਤਵਾੜਾ ਸਾਹਿਬ ਵੀ 1-2 ਵਾਰੀ ਆਏ ਆ ਤੇ ਸਿਰ ਤੇ ਪਟਕਾ ਪੀਲਾ, ਉਹ ਕਿਤੇ ਗੁਟਕੇ ਪਏ ਸਨ, ਬਣ ਦੇ ਚੱਕਰ ਲੱਗੇ, ਨਹੀਂ ਮਿਲਿਆ। ਉਹ ਸਿੰਘਾਂ ਨੂੰ ਪਤਾ ਲੱਗ ਗਿਆ, ਉਹ ਬੜੀ ਜਲਦੀ ਬਾਹਰ ਗਿਆ। ਬਾਲ ਕਲੀਨ ਸ਼ੇਪ ਸੀ, ਮੋਟਰਸਾਈਕਲ ਇੱਕਦਮ ਦੌੜ ਗਿਆ, ਨਿਕਲ ਗਿਆ। ਆ ਨੇੜੇ ਨਗਰ ਹੈ ਰਤਵਾੜਾ ਪਿੰਡ ਆਪਣਾ ਨੇੜੇ, ਉੱਥੇ ਸਿੰਘ ਰਾਤ ਨੂੰ ਪੈਂਦੇ ਸਨ। ਤੇ ਇੱਕ ਬਜ਼ੁਰਗ ਜਿਹੜਾ ਸੀ ਉਹ ਆਉਂਦਾ ਸੀ, ਤੇ ਉਹ 3 ਵਜੇ ਆਉਣਾ। ਉਸ ਬਾਪੂ ਨੇ, ਬਜ਼ੁਰਗ ਨੇ, ਤੇ ਉਹ ਜਿਹੜੇ ਅੰਦਰ ਥੱਕੇ ਥੁੱਕੇ ਪਏ ਹੁੰਦੇ ਆ, ਆਪਣਾ ਪਹਿਰਾ ਲੱਗਾ ਸੀ, ਉਹ ਫਿਰ ਉੱਠਦੇ। ਉਹ ਜਿਹੜੇ ਆਏ ਰਾਤ ਨੂੰ ਸਕੂਟਰ ਤੇ 2 ਜਾਣੇ, ਜਾਂ 3 ਹੋਣਗੇ ਜਾਂ 2 ਹੋਣਗੇ, ਉਹਨਾਂ ਨੇ ਦਰਵਾਜ਼ਾ ਖੜਕਾਇਆ ਵੀ ਦਰਵਾਜ਼ਾ ਤੋੜ ਕੇ ਅੰਦਰ ਜੋ ਕਰਨਾ ਸੀ ਉਹਨਾਂ ਨੇ ਕਰਨਾ ਹੀ ਸੀ। ਅੰਦਰ ਜਿਹੜੇ ਸਨ ਸਿੰਘ, ਉਹ ਕਹਿੰਦੇ ਬਾਪੂ ਕਿਉਂ ਦਰਵਾਜ਼ਾ ਖੜਕਾਉਣਾ, ਅਸੀਂ ਖੋਲ੍ਹਨੇ ਆ। ਜਦੋਂ ਉਹਨਾਂ ਦੇਖਿਆ ਅੰਦਰ ਬੰਦੇ, ਦਰਵਾਜ਼ਾ ਖੋਲ੍ਹਿਆ ਤੇ ਉਹ ਭੱਜ ਗਏ। ਪਾਣੀ ਖੇਤਾਂ 'ਚ ਲੱਗੇ ਸੀ, ਸਕੂਟਰ ਤੇ ਚੜ੍ਹ ਕੇ ਉਹ ਭਗੌੜੇ ਹੋ ਗਏ। ਬੇਨਤੀ ਕਰਨ ਤੋਂ ਭਾਵ ਹੈ ਕਿ ਸਾਡੇ ਆਪਣੇ ਵੀ ਫਰਜ਼ ਬਣਦੇ ਨੇ। ਫਰਜ਼ ਪਛਾਣੋ। ਜਿੱਥੇ ਜਿੱਥੇ ਸਥਾਨ ਹਨ, ਕੇਵਲ ਪੰਜਾਬ ਦੀ ਹੀ ਗੱਲ ਨਹੀਂ, ਬਾਕੀ ਸੂਬਿਆਂ ਵਿੱਚ, ਸਟੇਟਾਂ ਵਿੱਚ ਵੀ ਪਿਆਰਿਓ, ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਵਾਂਗੇ ਕਿ ਸਾਡੇ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਅਸੀਂ ਚੁੱਪ ਕਰਕੇ ਬੈਠੇ ਰਹੇ? ਅਸੀਂ ਦਰਗਾਹ ਵਿੱਚ ਕੀ ਜਵਾਬ ਦੇਵਾਂਗੇ ਪਿਆਰਿਓ? ਕਿਹਾ ਜਾਂਦਾ ਨਾ, ਕਈ ਕਹਿੰਦੇ ਆ ਵੀ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦਾ ਕੱਖ ਨਾ ਰਹੇ। ਠੀਕ ਹੈ, ਚੰਗੀ ਗੱਲ, ਕੱਖ ਨਾ ਰਹੇ, ਪਰ ਇਹ ਵੀ ਹੈ ਜਿਨ੍ਹਾਂ ਨੇ ਕਰਾਇਆ ਔਰ ਜਿਨ੍ਹਾਂ ਨੇ ਕਰਨ ਵਾਲਿਆਂ ਦੀ ਮਦਦ ਕੀਤੀ ਹੈ, ਉਹਨਾਂ ਦਾ ਕੁਛ ਰਹਿਣਾ ਚਾਹੀਦਾ? ਬਿਲਕੁਲ ਨਹੀਂ। ਕਿੰਨਾ ਸਮਾਂ ਹੋ ਗਿਆ? ਬੇਨਤੀ ਕਰ ਤੋਂ ਭਾਵ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਐਸੇ ਸਤਿਗੁਰੂ ਸਰਬੱਤ ਦਾ ਭਲਾ ਮੰਗਣ ਵਾਲੇ, ਤੇ ਅਸੀਂ ਗੁਰੂ ਕੇ ਸਿੱਖ ਹਾਂ। ਅਸੀਂ ਜਿੱਥੇ ਗੁਰੂ ਨੇ ਇੰਨੀਆਂ ਬਖਸ਼ਾਂ ਕੀਤੀਆਂ ਨੇ, ਉੱਥੇ ਵਾਰੀ ਵਾਰੀ ਸਮਾਂ ਪਾਈ ਡਿਊਟੀਆਂ ਜਿਹੜੀਆਂ ਆਪਾਂ ਲਈਏ। ਚਾਹੇ 2 ਘਰਾਂ ਦੀ ਡਿਊਟੀ ਇੱਕ ਦਿਨ ਹੋਵੇ, ਦਿਨੇ 2 ਦੀ ਰਾਤ, ਜਾਂ 1 ਦੀ ਹੋਵੇ, ਇਹ ਸਾਡਾ ਫਰਜ਼ ਬਣਦਾ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੇ ਨਹੀਂ ਕਰ ਸਕਦੇ ਅਸੀਂ ਇਹ ਪਹਿਰਾ ਸੇਵਾ ਨਹੀਂ ਕਰ ਸਕਦੇ, ਤੇ ਜਿੱਥੇ ਪਾਈ ਹੈ ਉੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਤਿਕਾਰ ਨਾਲ ਸਰੂਪ ਅਸੀਂ ਛੱਡ ਆਈਏ। ਇਹ ਮੇਰੀ ਬੇਨਤੀ। 10ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਸੱਚੇ ਪਾਤਸ਼ਾਹ ਕਹਿੰਦੇ, ਹਮ ਆਪ ਜੋ ਗੁਰ ਥਾਪ ਹੈ ਜੋ ਸਭ ਸੇ ਪਾਰਾ। ਐਸਾ ਗੁਰੂ ਸੰਸਾਰ ਵਿੱਚ ਨਾ ਕੋਈ ਹੋਇਆ ਤੇ ਨਾ ਹੋਣਾ ਹੈ। 10ਵੇਂ ਪਾਤਸ਼ਾਹ ਮਹਾਰਾਜ ਕਹਿੰਦੇ, ਗੁਰਸਿੱਖੋ ਸਰੀਰ ਦਾ ਵਿਛੋੜਾ ਪੈਣਾ, ਗੁਰੂ ਦਾ ਵਿਛੋੜਾ ਨਹੀਂ ਪੈਣਾ। ਇਉਂ ਸਾਹਿਬ ਸਮਝਾ ਰਹੇ ਨੇ।
ਐਸਾ ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਐਸਾ ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਐਸਾ ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਐਸਾ ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਐਸਾ ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਦਸਮ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਆਪਣੇ 3 ਰੂਪ ਦੱਸੇ ਆ ਸਾਧ ਸੰਗਤ ਜੀ। ਪਹਿਲਾ ਜਿਹੜਾ ਨਿਰਗੁਣ ਸਰੂਪ ਹੈ ਨਾ, ਮਾਰ ਕਹਿੰਦੇ ਏਕ ਰੂਪ ਤਿਹ ਗੁਣ ਤੇ ਪਰੇ, ਨੇਤ ਨੇਤ ਜਿਹ ਨਿਗਮ ਉਚਰੇ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਹੁੰਦਾ ਹੈ, ਰੂਪ ਨਾ ਰੇਖ ਨਾ ਰੰਗ ਛਿਤਰਿ ਕਿਉ ਤੇ ਪ੍ਰਭ ਪਿੰਨ ਤਿਸੇ ਬੁਝਾਏ, ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਆ ਬਚਨ ਸਾਹਿਬ ਕਰ ਰਹੇ ਨੇ। ਉਹ 3 ਰੂਪ ਨੇ ਪਿਆਰੇ ਓ ਮੇਰੇ, ਨਿਰਗੁਣ ਸਰਗੁਣ ਸ਼ਬਦ ਗੁਰੂ। 3 ਰੂਪ ਨੇ ਪਿਆਰੇ ਓ ਮੇਰੇ, ਨਿਰਗੁਣ ਸਰਗੁਣ ਸ਼ਬਦ। ਉਹ 3 ਰੂਪ ਨੇ ਪਿਆਰੇ ਓ ਮੇਰੇ, ਨਿਰਗੁਣ ਸਰਗੁਣ ਸ਼ਬਦ। 3 ਰੂਪ ਨੇ ਪਿਆਰੇ ਓ ਮੇਰੇ, ਨਿਰਗੁਣ ਸਰਗੁਣ ਸ਼ਬਦ। ਤਿੰਨ ਰੂਪ ਨੇ ਪਿਆਰੇ ਓ ਮੇਰੇ, ਨਿਰਗੁਣ ਸਰਗੁਣ ਸ਼ਬਦ ਗੁਰੂ। 3 ਰੂਪ ਨੇ ਪਿਆਰੇ ਓ ਮੇਰੇ, ਨਿਰਗੁਣ ਸਰਗੁਣ ਸ਼ਬਦ ਗੁਰੂ। ਚੱਕਰ ਚਿਹਨ ਅਰ ਬਰਨ ਜਾਤ ਅਰ ਬਾਤ ਨਹਿ, ਰੂਪ ਰੰਗ ਅਰ ਦੇਖ ਦੇਖ ਕਉ ਕਹਿ ਸ਼ਬਦ ਨੇ। ਮਾਰੇ ਕਹਿੰਦੇ ਆ ਪਹਿਲਾ ਰੂਪ ਹੈ। ਤੇ ਸਾਹਿਬ ਉੱਥੇ ਬਚਨ ਕਰਦੇ ਨੇ, ਸ਼੍ਰੀ ਮੁਖ ਤੇ ਤਬ ਧੀਰਜ ਦੀਨ, ਹਮ ਸਭ ਪ੍ਰਥਮ ਹਮ ਸਭ ਬਾਤ ਪ੍ਰਥਮ ਕਰ ਲਈ। ਅਸੀਂ ਸਾਰੇ ਬਚਨ ਤੁਹਾਡੇ ਨਾਲ ਪਹਿਲਾਂ ਸਾਂਝੇ ਸੀ ਕੀਤੇ। ਗੰਢ ਅਕਾਲ ਪੁਰਖ ਕੋ ਪਾਇਓ, ਸੌਪਨ ਕਰ ਅੰਚਨ ਪਕਰਾਇਓ। पूजा अकाल की, परचा शब्द का, दीदार खालसे का। ओ गंढ तुसां दी अकाल नाल पाई, होते ना आस रखे। ओ गंढ तुसां दी अकाल नाल पाई, होते ना आस रखे। ओ गंढ तुसां दी अकाल नाल पाई, होते ना आस रखे। गंढ तुसां दी अकाल नाल पाई, होते ना आस रखे। तुसां दी अकाल नाल पाई, होर के ना आस रखियो। गंढ तुसां दी अकाल नाल पाई, होर के ना आस रखियो। पहला निर्गुण स्वरूप जो त्रैगुण तो न्यारा है, जरे जरे समाया है। ते जेड़ा दूसरा रूप है मारे कहंदे वो है शब्द गुरु, गुरु ग्रंथ साहिब महाराज। दूसरा रूप ग्रंथ दी जानो, आपन अंग मेरे कर मानो। जो मम साथ चाहे कर बात, ग्रंथ जी पढ़े सुने विचारे साथ। जो मुझ बचन सुन की चाहे, ग्रंथ जो पढ़े सुने चित लाए। मेरा रूप ग्रंथ दी जान, इनमें भेद नाही कुछ मान। कहते गुरु ग्रंथ साहिब शब्द गुरु दूसरा स्वरूप है साਡਾ। दुनिया दे अंदर जिन्ने भी धार्मिक ग्रंथ हैं, केवल गुरु पदवी केवल ते केवल धन गुरु ग्रंथ साहिब महाराज नूं मिली है।
ਕੋਈ 1 ਕਲਾ ਲੈ ਕੇ ਆਇਆ, ਕੋਈ 2 ਕਲਾ, ਕੋਈ 14, ਕੋਈ 16 ਕਲਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰਬ ਕਲਾ ਸਮਰੱਥ ਗੁਰੂ ਹਨ। ਆ ਕੁਝ ਸਾਲ ਪਹਿਲਾਂ ਸੁਪਰੀਮ ਕੋਰਟ ਦੇ 2 ਜੱਜਾਂ ਨੇ ਫੈਸਲਾ ਕੀਤਾ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਗਦੀ ਜੋਤ ਸਮਰੱਥ ਗੁਰੂ ਹਨ। ਪਿਆਰੇ, ਸਿੱਖ ਦਾ ਤੇ ਸਦਾ ਹੀ ਭਰੋਸਾ ਹੈ। ਸੰਸਾਰ ਤੇ ਜਿਹੜੇ ਆਏ ਸਰੀਰ ਕਰਕੇ ਚਲੇ ਗਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਐਸੇ ਸਤਿਗੁਰੂ ਹਨ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਸੰਗਤਾਂ ਸਦਾ ਮਨਾਉਣਗੀਆਂ, ਸੰਪੂਰਨ ਦਿਵਸ ਸਦਾ ਮਨਾਉਣਗੀਆਂ, ਗੁਰਗੱਦੀ ਦਿਵਸ ਸਦਾ ਮਨਾਉਣਗੀਆਂ। ਜੋਤੀ ਜੋਤ ਦਿਵਸ ਸੰਸਾਰ ਤੇ ਕਦੇ ਨਹੀਂ ਆਏਗਾ, ਕਿਉਂਕਿ ਜੁਗੋ ਜੁਗ ਅਟਲ ਗੁਰੂ ਹਨ। ਦੁਨੀਆ ਦੇ ਧਾਰਮਿਕ ਗ੍ਰੰਥ ਜਦ ਅਸੀਂ ਪੜ੍ਹਨੇ ਆ, ਵਿਚਾਰ ਕਰਨੇ ਆ, ਖੋਜ ਕਰਨੇ ਆ, ਤੇ ਉਹ ਪਿਆਰੋ ਅਵਤਾਰਾਂ, ਰਿਸ਼ੀਆਂ, ਮੁਨੀਆਂ, ਪੀਰ ਪਗੰਬਰਾਂ ਤੋਂ ਬਾਅਦ ਲਿਖੇ ਗਏ ਨੇ। ਚਾਹੇ ਕੁਰਾਨ ਹੈ, ਚਾਹੇ ਗੀਤਾ ਹੈ। ਗੀਤਾ ਹੁਣ ਮਹਾਂਪੁਰਸ਼ ਵੀ ਦੱਸ ਰਹੇ ਸੀ ਨਾ, ਵੇਦ ਵਿਆਸ ਜੀ ਨੇ ਲਿਖੀ ਹੈ। ਤੇ ਉਪਦੇਸ਼ ਤੇ ਸ੍ਰੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਮਹਾਂਭਾਰਤ ਦਿੱਤਾ ਸੀ ਅਰਜਨ ਨੂੰ, ਬਾਅਦ ਵਿੱਚ ਗੀਤਾ ਲਿਖੀ ਗਈ। ਇਸੇ ਤਰ੍ਹਾਂ ਕੁਰਾਨ ਹੈ, ਇਸੇ ਤਰ੍ਹਾਂ ਅੰਜੀਲ ਹੈ। ਬੜਾ ਲੰਮਾ ਇਤਿਹਾਸ ਹੈ। ਕੇਵਲ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਧੁਰ ਕੀ ਬਾਣੀ ਅੱਜ ਤੇ ਸਗਲੀ ਚਿੰਦ ਮਿਟਾਈ ਆਪਣੀ ਹੱਥੀ ਸੰਪੂਰਨਤਾ ਕੀਤੀ ਹੈ। ਸਾਧ ਸੰਗਤ ਜੀ, ਆ 400 ਸਾਲਾ ਪ੍ਰਕਾਸ਼ ਦਿਹਾੜਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮਨਾਇਆ ਨਾ, ਤੇ ਬੜੇ ਬੜੇ ਉੱਥੇ ਵਿਦਵਾਨ ਆਏ ਸੀ। ਤੇ ਨਿਜ਼ਾਮੂਦੀਨ ਔਲੀਆ ਦੇ ਸਥਾਨ ਤੋਂ ਜਿਹੜਾ ਰੱਬ ਦਾ ਪਿਆਰ ਆਇਆ ਨੇ, 2 ਬਚਨ ਕਮਾਲ ਦੇ ਕੀਤੇ ਸੀ ਕਿ ਜੇ ਦੁਨੀਆ ਅੰਦਰ ਕੋਈ ਐਸਾ ਧਰਮ ਹੈ ਜਿਹਦੇ 'ਚ ਸਾਰੇ ਆ ਸਕਦੇ, ਉਹ ਸਿੱਖ ਧਰਮ ਹੈ। ਤੇ ਜੇ ਸਾਰੇ ਸੰਸਾਰ ਦਾ ਇੱਕ ਗੁਰੂ ਹੋ ਸਕਦਾ ਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ। ਪਿਆਰੇ, ਜਿਨ੍ਹਾਂ ਦਾ ਸਾਰੀ ਮਨੁੱਖਤਾ ਨੂੰ ਉਪਦੇਸ਼ ਹੈ। ਸਾਧ ਸੰਗਤ ਜੀ, ਹਰ ਨਾਂ ਦਾ ਸਤਿਕਾਰ ਹੈ। ਕੋਈ ਆਪਣਾ ਭਲਾ ਮੰਗਦਾ, ਕੋਈ ਆਪਣੀ ਕੌਮ ਦਾ, ਕੋਈ ਦੇਸ਼ ਤੱਕ ਹੈ। ਗੁਰੂ ਨਾਨਕ ਸਾਹਿਬ ਦੇ ਦਰ ਵਿੱਚ ਹਰ ਵੇਲੇ ਅਰਦਾਸ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਸਾਧ ਤੇ ਉਹ ਭਗਤ ਜਿਨ੍ਹਾਂ ਨੂੰ ਨਾਮਦੇਵ ਵਰਗੇ ਭਗਤਾਂ ਨੂੰ ਧੱਕੇ ਵੱਜਦੇ ਸਨ, ਤੇ ਉਹ ਗੁਰੂ ਦੀ ਗੋਦ ਵਿੱਚ ਪਰਮੇਸ਼ਰ ਰੂਪ ਹੋ ਕੇ ਦਰਸ਼ਨ ਦੇ ਰਹੇ ਹੈ। ਸਾਧ ਸੰਗਤ, ਵਾਹਿਗੁਰੂ, ਗੁਰੂ ਤੇ ਬਾਣੀ ਤਿੰਨੇ ਇੱਕ ਰੂਪ ਹਨ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੋ ਐਸੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਕਿ ਜੇ ਸਾਡੇ ਬਚਨ ਸੁਣਨੇ ਨੇ ਤੇ ਗੁਰਬਾਣੀ ਸਰਵਣ ਕਰਿਆ ਜੇ ਸਾਡੇ ਨਾਲ ਆਪ ਬਚਨ ਕਰਨੇ ਨੇ ਤੇ ਫਿਰ ਸਤਿਗੁਰ ਕਹਿੰਦੇ ਨੇ ਕਿ ਬਾਣੀ ਆਪ ਪੜ੍ਹਿਓ। ਸਾਡੇ ਅੰਦਰ ਇਹ ਭਾਵਨਾ ਚਾਹੀਦੀ ਹੈ ਜਦੋਂ ਅਸੀਂ ਬਾਣੀ ਸੁਣਨੇ ਆ ਸਤਿਗੁਰ ਦੇ ਬਚਨ, ਫਿਰ ਦੇਖੋ ਅਕੇਵਾਂ ਥਕੇਵਾਂ ਨਹੀਂ ਹੋਏਗਾ। ਦਿਲ ਕਰੇਗਾ ਹੋਰ ਸੁਣੀਏ, ਹੋਰ ਸੁਣੀਏ। ਮੈਂ ਕਈ ਵਾਰ ਬੇਨਤੀ ਕਰਨਾ ਕਿ ਗੁਰੂ ਨਾਲ ਜੁੜੋ। ਠੀਕ ਹੈ, ਕਿਸੇ ਦੇ ਸਮਾਂ ਕਿਸੇ ਕੋਲ ਘੱਟ ਵੱਧ ਹੈ, ਖਿਮਾ ਕਰਨਾ। ਕਈ ਵਾਰ ਕਹਿਣਗੇ ਵੀ ਜਦੋਂ ਸਾਡੇ ਸੱਤ ਲੱਗਣਗੇ ਨਾ ਉਦੋਂ ਹੀ ਜਾਣਾ, ਜਦੋਂ ਉੱਠਣਗੇ ਨਾਲ ਹੀ ਉੱਠ ਜਾਣਾ। ਜਦੋਂ ਸਾਡੇ ਗੁਰਮੁਖ ਪਿਆਰੇ ਕਥਾ ਵਾਲੇ ਲੱਗਣਗੇ ਉਦੋਂ ਜਾਣਾ, ਉਹਨਾਂ ਦੇ ਨਾਲ ਹੀ ਉੱਠ ਪੈਣਾ। ਅਸੀਂ ਫਿਰ ਅਜੇ ਗੁਰੂ ਨਾਲ ਨਹੀਂ ਜੇ ਜੁੜੇ। ਨਾ ਨਾ, ਜਦੋਂ ਅਸੀਂ ਗੁਰੂ ਨਾਲ ਜੁੜ ਜਾਵਾਂਗੇ, ਕੋਈ ਵੀ ਸਤਿਗੁਰ ਦੀ ਬਾਣੀ ਸਰਵਣ ਕਰਾਏਗਾ, ਚਾਹੇ ਕਥਾ ਹੈ, ਕੀਰਤਨ ਹੈ, ਮੋਰਗ ਬਚਨ ਨੇ, ਵੀ ਸਤਿਗੁਰੂ ਦੇ ਬਚਨ, ਗੁਰੂ ਗੋਬਿੰਦ ਸਿੰਘ ਦੇ ਬਚਨ ਸੁਣਨ ਨੂੰ ਕਿਹਦਾ ਮਨ ਨਹੀਂ ਕਰਦਾ ਹੈ? ਕੋਈ ਦੁਨੀਆ ਤੇ ਜਿਹੜੇ ਗੁਰੂ ਨਾਨਕ ਨਾਮ ਲੇਵਾ ਅਸੀਂ ਕਹਿੰਦੇ ਗੁਰੂ ਕੇ ਅਸੀਂ ਸੇਵਕ ਹਾਂ, ਤੇ ਦਿਲ ਕਰਦਾ ਨਾ ਗੁਰੂ ਦੇ ਬਚਨ ਸੁਣੀਏ, ਗੁਰੂ ਨਾਲ ਬਚਨ ਕਰੀਏ। ਜਦੋਂ ਮਰਜ਼ੀ ਸੁਣੋ 24 ਘੰਟੇ ਵਿੱਚ, ਜਦੋਂ ਮਰਜ਼ੀ ਗੁਰੂ ਦੇ ਨਾਲ ਬਚਨ ਕਰ ਲਓ। ਸਾਹਿਬ ਕਹਿੰਦੇ ਸਾਡੇ ਬਚਨ ਸੁਣਨੇ, ਗੁਰਬਾਣੀ ਸਰਵਣ ਕਰੋ। ਬਚਨ ਕਰਨੇ ਹਨ ਤੇ ਗੁਰਬਾਣੀ ਆਪ ਪੜੋ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੁਗੋ ਜੁਗ ਅਟਲ ਸਤਿਗੁਰੂ ਹਨ। ਸਾਧ ਸੰਗਤ ਜੀ, ਜੁਗੋ ਜੁਗ ਅਟਲ। ਗੁਰੂ ਗ੍ਰੰਥ ਸਾਹਿਬ ਦੇ ਬਚਨ ਹੁੰਦਾ ਹੈ, ਤੂੰ ਸਤਿਗੁਰ ਚਹੋ ਜੁਗੀ ਆਪ ਆਪੇ ਪਰਮੇਸ਼ਰ। ਇਹ ਬਚਨ ਹੈ, ਤੂੰ ਸਤਿਗੁਰ ਚਹੋ ਜੁਗੀ ਆਪ ਆਪੇ ਪਰਮੇਸ਼ਰ। ਸੋ ਨਰ ਸਾਧਕ ਸਿੱਧ ਸਿੱਖ ਸੇ ਬੰਦ ਤੁਰੈ ਤੁਰ। ਜੁਗੋ ਜੁਗ ਅਟਲ ਸਤਿਗੁਰੂ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਦੋਂ 6ਵੇਂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਪੁੱਛਿਆ ਸੱਚੇ ਪਾਤਸ਼ਾਹ ਆਪ ਜੀ ਨੇ ਆ 6 ਸਰੂਪ ਧਾਰਨ ਹੁਣ ਤੱਕ ਕੀਤੇ, ਅਗਲਾ ਬਚਨ ਦੱਸੋ। ਤੇ ਉੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ
लिखते है, पहला बचन करते हैं, 5 प्याले 5 पीर छटम पीर बैठा गुर भारी, अर्जन काया पलटका मूरत हरगोबिंद सवारी, पीढ़ी चली सोढ़ियां रूप दिखावन वारो वारी, दल भंजन गुर सूरमा बड़ जोधा पर पुकारी। अगे बचन होंदा, पुछन सिख अरदास कर, श्याम महलां तक दर्शन हारी। सच्चे पातशाह आप जी का 6वां स्वरूप है गुरु नानक साहिब का, किरपा कर रहे हो। आने वाले समय बारे दसो। तो धन गुरु हरगोबिंद साहिब महाराज कहते, अगम अगोचर सतगुरु बोले मुख ते सुनो संसारी, कलयुग पीढ़ी सोढ़ियां नेचल नीव। कहते जो ये पीढ़ी चल रही है ना, कहते नेचल नीव अथा पसारी, जुग जुग सतगुर धरै अवतारी। जुग जुग का मतलब एक तो अर्थ बनता है जुग ते जुग, 2 ते 2 4। एक है जुगो जुग अटल। गुरु ग्रंथ साहिब महाराज भाव धन गुरु हरगोबिंद साहिब महाराज कहते ने कि 4 शरीर असी स्वरूप होर धारण करांगे ते फिर ये सतगुरु भाव जुगो जुग अटल। वो केड़ा रूप है? वो है गुरु ग्रंथ साहिब महाराज। सतगुरु सच्चे पातशाह जी ने गुरु ग्रंथ साहिब के लड़ लाया। तो मार कहते तीसरे रूप सिख है मोर, गुरबाणी रत जह निसपोर। कहते तीसरा रूप मेरा है खालसा। खालसा मेरे रूप है खास, खालसे में हो करो निवास। कहते भी जो खालसा ना वो मेरा ही रूप है। खालसा अकाल पुरख की फौज, प्रगटे खालसा परमात्मा की मौज। जे गुर सिखा तू साडे दर्शन करने चाहुंदा, बेनती की सिखां सच्चे पातशाह, ये तो सानू समझ आ गई। पहला आप जी का स्वरूप निर्गुण स्वरूप, दूसरा शब्द स्वरूप गुरु ग्रंथ साहिब महाराज, ते तीसरा रूप खालसा। तो जे आप जी के असीं दर्शन करने हुण किवें होणगे? साहिब कहते 5 ਸਿੰਘਾਂ ਦੇ दर्शन कर लोगे तो मेरे दर्शन हो जाएंगे। एक उठिया सच्चे पातशाह जे 5 ना मिलन, मारे कहते एक दे दर्शन कर लोगे मेरे दर्शन हो जाएंगे। अगला सिख उठिया सच्चे पातशाह जे सिख ऐसी जगह होए एक भी ना मिले फिर। तो बड़ा प्यारा भजन आउंदा है, मार कहते ਸਿੰਘਾ अमृत वेले उठे। कल भी दास ने बेनती की अमृत वेले के बारे प्यारे। ਜਿਹੜਾ गुरसिख अमृत वेला संभालदा ਉਹਦੀ जिंदगी में कभी हार नहीं होंदी, जिथे जाएगा फतेह होए। अमृत वेले संभालण नाल गुरु की कृपा नाल आ सब तो वड्डा मन दुश्मन अंदर है, ये काबू आउंदा है। तो फिर अमृत वेला संभालद्या 24 घंटे अमृत वेला बन जाता है। उठ बैठ सोत नाम कहो नानक जन कै सदकाम। ਸਿੰਘਾ अमृत वेले उठी इशनान करी, नाम जपी बाणी पढ़ी, चक्कर बक्कर सजा के जदों शीशे के सामने खड़ा होएगा तैनू तेरे नहीं मेरे दर्शन हो जाएंगे। मेरा ही रूप है खालसा प्यारा, मेरा ही रूप है खालसा प्यारा मेरा, 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 खालसा प्यारा मेरा, खालसा प्यारा मेरा, खालसा
आत्म रस जे जान ही सो है खालस देव, प्रभ मैं मोह मैं तास मैं रंचक नाहिन देव। पहला रूप निर्गुण स्वरूप, त्रैगुण तो न्यारा। दूसरा रूप ग्रंथ जी जानो, आपन अंग मेरे कर मानो। कल जुग पीढ़ी सोढ़ियाँ नेचल नीव और सार खिलारी, जुग जुग सतगुर तरह अवतार। तीसरा रूप खालसा, खालसा मेरा रूप है खास, खालसे में हो करुण वास। धन सतगुरु सच्चे पातशाह जिन्हों ने एडे साढ़े ते परोपकार साध संगत जी कीते हैं। सरबंस वारिया शब्द गुरु दे लड़ लाया साध संगत जी, वो धन सतगुरु हैं। आओ धन गुरु गोबिंद सिंह महाराज जी को नमस्कार करिए। सरबंस वारिया शब्द लड़ लाया, धन दशमेश वारिया शब्द लड़ लाया, तन दशमेश। सरबंस वारिया शब्द लड़ लाया, तन दशमेश। सरबंस वारिया शब्द लड़ लाया, तन दशमेश। सरबंस वारिया शब्द लड़ लाया, तन दशमेश गुरु। 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 सरबंस वारिया शब्द लड़ लाया जी। तन दशमेश गुरु। सो आओ साध संगत जी, समा हो रहा है। एक दो बेनतियां हैं। एक तो यह है कि इस 9 नवंबर ਨੂੰ ਸਤਿਕਾਰਯੋਗ ਰੰਧਾਵੇ ਵਾਲੇ ਮਹਾਂਪੁਰਸ਼ ਜੋ ਜੋਤੀ ਸਰੂਪ ਸਾਹਿਬ ਦੇ ਬਿਲਕੁਲ ਨੇੜੇ ਸਥਾਨ ਹੈ ਜਥਾ ਰੰਧਾਵਾ, ਹਰ ਸਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋਤੀ ਜੋ ਸਰੂਪ ਜੋ ਜੋਤੀ ਜੋਤ ਦਿਵਸ ਹੈ, ਉਹ ਦਿਹਾੜਾ ਸ਼ਰਧਾ ਭਾਵਨਾ ਤੇ ਵਿਰਾਗ ਨਾਲ ਮਨਾਇਆ ਜਾਂਦਾ ਹੈ। दिन का समागम हैं। सारिया संगतां ने 9 नवंबर ਨੂੰ उस स्थान पर दर्शन देने की कृपालता करनी। ਧਮੋਟ नगर जो संत महाराज जी का नगर है, तो उन्होंने सालाना दीवान जोड़े हैं 1 फरवरी तो लैके 5 फरवरी तक हैं। साध संगत जी, किसान अंदोलन चल रहा, आप जी ने भी श्रवण किया, साल करीब हो गया। तो जिथे होर बहुत सेवा चल रही हैं, जिमें आप जी ने बाबा हरपाल सिंह जी पासों भी सरवण किया, होर भी महापुरखों पासों रतवाड़ा साहब ते कृपा है, क्योंकि महापुरुषों ने सारा जीवन ही सेवा सिमरन में लाया। तो किसान अंदोलन में रतवाड़ा साहब वालों और नाल रंधावे वाले महापुरुष जो महापुरुषों बाबा कश्मीरा सिंह जी लौरां वाले लगातार उत्थे शैड बनया होया, तो लोड़ अनुसार अज भी सेवा उत्थे लगातार चल रही है। साध संगत साडी तो सेंटर सरकार ने भी बेनती है, क्योंकि किसान मजदूर किसान अन्नदाता है, बैठ के फैसला होवे ते सुख शांति रवे, ताकि ये साडा देश सुख शांति रवे। तो जिहड़े किसान हैं, जिथे अगे 11 मीटिंगां होईयां उत्थे होर भी हो सकदियां हैं, तो बैठ के उन्हां दा जो फैसला है उन्हां दी गल सुनी जावे, तो सारे किसान जिहड़े हैं सही सलामत वापस आउण। 7 तो वध किसान जिहड़े हैं वो चढ़ाई कर गए ने, होर भी आप जी सुन रहे हो। तो इस करके साडी भाई अकाल पुरख गुरु ग्रंथ साहिब अगे भी सच्चे पातशाह अगे बेनती है, सतगुरु सच्चे पातशाह आप कृपा करो। तो जिमें सरकार है, सेंटर सरकार है, उसनूं भी असीं रिक्वेस्ट करने हाँ, बेनती करने हाँ कि उन्हां दा फर्ज बनता है कि बाहरों नहीं, ये तो देश दे भी राखे हैं और अन्नदाते हैं, और उन्हां दी आवाज़ सुनी जाए, सही फैसला होवे ते सुख शांति वरते। ये साडी जिहड़ी है साध संगत जी बेनती है। आपां जाणदे ही हाँ नशिਆਂ ਦੀ भरमार सारी दुनिया ते ही है, पंजाब विच भी बड़े नशे ने। और एक बेनती करा
कि अज जिहड़े साडे बच्चे हैं केवल पंजाब दे ही नहीं, यूपी चले जाओ तां, राजस्थान चले जाओ तां, वो बच्चे बच्चियां तां बस +2 करके बाहर जाण नूं तैयार बैठे। हैरानगी इस गल की है कि जिहड़े 100-100 एकड़ के मालक ने, बड़े बड़े कारोबार, किसी का एक बेटा है, बस ये संभो मैं बाहर जाना। इत्थे आ हाल है साडे देश का। ऐसे तरह रहा की हाल होएगा प्यारिओ। अगे असीं अरदासां करने सच्चे पातशाह जिन्हां धार्मिक स्थानां तो पंथ नूं विछोड़िया गया उन्हां दे खुले दर्शन दीदारे बख्शो। ते हुण जा रहे ने बाहर नूं, क्योंकि हालात ऐसे बने हुए ने। पहला बच्चे पढ़ नहीं सकते, जे मापे करजे चुक चुक के बच्चों नूं पढ़ाउंदे है तो किते सर्विस नहीं मिलती प्यारे। बहुत गल्लां ने, समा नहीं मैं दसां, मन उदास हो चुके हैं। नौजवान बच्चे बाहर नूं जा रहे हैं। कईयां नूं मैं पुछना तुसीं क्यों भेज रहे हो, तुहाडे कोल काहदा घाटा है? ते माता पिता जवाब देंदे है साडा बच्चा नशे तो बचेगा ना, जान तो बची रहेगी। ये जमीनां की करनियां ने, ये फैक्ट्रियां की करनियां ने, कोठियां की करनियां ने, साडे बच्चे तो बच जाण। सरकारां अपना फर्ज निभाउण, असीं भी अपना फर्ज निभाईए, अपने बच्चों का ध्यान रखीए ताकि वो गलत सोसाइटियां तो बचण। ते ये जिहड़े नशे साडे देश ते साडे पंजाब विच हन भाई, ये ते सरकारां, चाहे सेंटर सरकार है तो स्टेट सरकार है, वोटां लैण वेले तां बड़े वायदे करते हैं, तुहानूं पता ही है, तो बाद विच जो हुंदा वो भी तुहानूं पता ही है प्यारे। पर ये नशियां दी परमार गुरु ने कृपा की है कि सिख ने किसी प्रकार का नशा नहीं वरतना, अमर केवल प्रशादे का है। आप सिक्खी धारण करो, बच्चों को कोल बिठा के छोटिਆਂ ਨੂੰ दसो कि नशा बड़ा दुश्मन है। असी समा नहीं करते बच्चों वास्ते, उन्होंने संगत तो बचाओ, गुरुद्वारा साहब नाल लियाओ, वो बाणी सुन पढ़न प्यारिओ। हैरान हो जाइदा है कि बच्चों को ये नहीं पता 10 गुरु साहबां दे की नां ने। बहुतियां नूं इत्थों तक है कि जे किसी की फोटो लगी है तो बंबे वाला फलाना हीरो है, फलानी हीरो, सब उन्होंने पता है। असी घर विच जे लाउने ना तस्वीरां, कई कहते रीजनल नहीं प्यारिओ, असर हर चीज़ का पैंदा है। जदों साडे बच्चे देखणगे भी आ माता गुजर कौर जी ने, आ साहिबजादे नीहां विच ने, वो दादी माँ नूं, दादे नूं, माता पिता नूं पुछणगे तो आपे ही आएगा भी है आ साहिबजादे 10वें पातशाह दे नीहां विच जिने जा रहे हैं। आ गुरु नानक साहब सच्चे पातशाह, पंचवें पातशाह तत्ती लोह ते बैठे है, आ शहीद सिंह ने, आ महापुरख ने, आ गुरु प्यारे ने प्यारिओ। तो आम तुसीं देखो भी घरां विच की कुछ लगा हुंदा। एक छोटी जी बेनती करा, एक परिवार दे विच एक बच्चे का जन्म होया, काला शाह। आम तुसीं देखो जदों बच्चे का जन्म हुंदा ना, बीबियां कहणगियां नानकिਆਂ ते, ये दादकिਆਂ ते है। उस वेले कहंदियां जे सानूं नहीं पता, इन्हां नूं बहुत पता है, ये नानकिਆਂ ते, ये दादकिਆਂ ते है। हुंदा असर बड़ा खानदान दा। बच्चा ना नानकिਆਂ ते ना दादकिਆਂ ते काला शाह है। की होया अखीर रिजल्ट की निकलिया, जिस कमरे विच वो बीबी रहिंदी सी प्यारे, जिन्हें आने वाले समय बच्चे को जन्म देना सी, उत्थे काले खिडारी की फोटो लगी सी। सब तो उठदियां उहदे दर्शन हुंदे सी, उहदा असर पै गया। अज दे जिहड़े साइंसदान ने, इन्हां ने खोज की है, हर चीज़ का चंगा ते माड़ा असर पै रहा। इत्थों तक है कि पुस्तकां पईयां ने, ध्यान देना, अजे पढ़ियां नहीं, सुनियां नहीं, पईयां हन घर दे विच। जे वो कैसटां, सीढ़ियां, पुस्तकां माड़ियां हन, भावें नहीं पढ़ियां, नहीं सुनियां, नहीं देखियां, घर विच प्रदूषण होएगा। कालियां लहरां, ब्लैक लहरां हर वेले चलणगीਆਂ, साडे ख्याल माड़े होणगे। जे धार्मिक ग्रंथ हैं, धार्मिक पोथियां हैं, गुर इतिहास है, गुरु की बाणी है, पढ़न सुनदा ते फल बहुत वड्डा है। जिस घर विच ये हन प्यारे, उत्थे वाइट लहरां घर नूं पवित्र करदियां ने। ते पढ़ सुन के साडी क्यों ना कल्याण होएगी। जिथे भी मनुख बैठदा अपना असर छड्डदा, चंगा जां माड़ा। असीं बाणी पढ़ने आ, जिथे जाए बह मेरा सतगुरु सो थान सुहावा राम राजे। ते जिथे सतगुरु नहीं, सतगुरु की बाणी नहीं, फिर वो की है। ये भी वचन आउंदा है, जिथे बैसन साध जन सो थान सुहंदा।
ਇਹ ਵੀ ਬਚਨ ਆਉਂਦਾ ਹੈ, ਭਲੀ ਸਾਵੀ ਛਾਪਰੀ ਜਾਮ ਹੈ ਗੁਣ ਗਾਏ, ਕਿਥੀ ਕਾਮਨਾ ਧੌਲਰ ਜਿਤ ਹਰ ਬਿਸਰਾਏ। ਉਹ ਛਪਰੀ ਭਾਗਾਂ ਵਾਲੀ ਹੈ, ਪਰ ਕਿਹੜੀ? ਜਿੱਥੇ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ। ਤੇ ਜੇ ਮਾੜੇ ਕੰਮ ਦਿਓ ਤੇ ਪਹਿਲਾਂ ਹੀ ਮਾੜੀ ਹੈ। ਕਿਥੀ ਕਾਮਨਾ ਧੌਲਰ ਜਿਤ ਹਰ ਬਿਸਰਾਏ। ਇਹ ਵੀ ਬਚਨ ਹੁੰਦਾ, ਜਿੱਥੇ ਨਾਮ ਜਪਿਆ ਪਿਆਰੇ ਸਿਆ ਸਿਰ ਸੋਨ ਚਬਾਰੇ। ਉਹ ਮਹਿਲ ਤੇ ਚਬਾਰੇ ਵੀ ਸੁਹਾਵਣੇ ਨੇ। ਜਿੱਥੇ ਨਾਮ ਨਾ ਜਪਿਆ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਓ। ਜਿੱਥੇ ਕੋਈ ਬੈਠਦਾ ਚੈੱਕ ਕਰਕੇ ਦੱਸਦੇ ਆ ਕਿ ਇੱਥੇ ਜਿਹੜਾ ਰਹਿੰਦਾ ਬੈਠਾ ਸੀ ਉਹ ਇਹੋ ਜਿਹੇ ਕੰਮ ਕਰਦਾ ਹੈ। ਇਸ ਕਰਕੇ ਬੇਨਤੀ ਹੈ ਅਸੀਂ ਆਪਣੇ ਵੀ ਫਰਜ਼ ਪਛਾਣੀਏ ਪਿਆਰਿਓ। ਪ੍ਰਹਲਾਦ ਭਗਤ ਹੋਇਆ, ਕਰ ਹਰਨਾਕਸ਼ ਦੈਨ ਦੇ ਕੰਦਰ ਕਵਲ ਭਗਤ ਪ੍ਰਹਲਾਦ। ਕਿਵੇਂ ਹੋ ਗਿਆ? ਹਰਨਾਕਸ਼ ਦੇ ਘਰ ਕੰਦਰ ਵਿੱਚ ਕਵਲ ਫੁੱਲ ਕਿਵੇਂ ਹੋ ਗਿਆ? ਤੇ ਇਹ ਜਿਹੜਾ ਹਰਨਾਕਸ਼ ਸੀ ਨਾ ਪਿਆਰਿਓ, ਇਹ ਹਰਨਾਕਸ਼, ਇਹਦੇ ਉੱਤੇ ਜਿਹੜਾ ਇੰਦਰ ਹੈ, ਆਮ ਆ ਕਿਹਾ ਜਾਂਦਾ ਸਵਰਗ ਦਾ ਰਾਜਾ। ਸਵਰਗ ਕਹਿੰਦੇ ਸੀ ਕਸ਼ਮੀਰ ਨੂੰ, ਕਸ਼ਮੀਰ ਨੂੰ ਸਵਰਗ ਕਹਿੰਦੇ ਸੀ। ਅਸੀਂ ਲਾ ਲਿਆ ਵਿਕਾਸ ਤੋਂ ਥੱਲੇ ਉਤਰਿਆ ਜੀ। ਸਵਰਗ ਨੂੰ ਕਸ਼ਮੀਰ ਕਹਿੰਦੇ ਸੀਗੇ। ਤੇ ਉਹਨੇ ਇੰਦਰ ਨੇ ਫੌਜਾਂ ਚੜਾਈਆਂ, ਇਹਦਾ ਰਾਜ ਭਾਗ ਖੋਹ ਲਿਆ, ਇਹ ਭੱਜ ਗਿਆ, ਇਹਦੀ ਰਾਣੀ ਨੂੰ ਨਾਲ ਤੋੜ ਲਿਆ। ਤੇ ਪ੍ਰਹਲਾਦ ਸੀ ਪੇਟ ਵਿੱਚ। ਰਾਹ ਵਿੱਚ ਮਹਾਂਪੁਰਸ਼ ਮਿਲੇ, ਉਹ ਕਹਿੰਦੇ, ਉਹ ਇੰਦਰ ਠੀਕ ਹੈ ਰਾਜ ਲੈ ਲਿਆ, ਪਰ ਬਗਾਨੀ ਔਰਤ ਮਾਂ ਭੈਣ ਤੇ ਧੀ ਹੁੰਦੀ ਹੈ, ਤੇਰਾ ਰਾਜ ਬਰਬਾਦ ਹੋ ਜਾਏਗਾ। ਇਹਨੇ ਹੱਥ ਜੋੜੇ ਤੇ ਉਹ ਰਾਣੀ ਨੂੰ ਉੱਥੇ ਛੱਡ ਦਿੱਤਾ। ਇਹ ਰਾਣੀ ਸਤਸੰਗ ਕਰਦੀ ਹੈ, ਪ੍ਰਹਲਾਦ ਮਾਤਾ ਦੇ ਪੇਟ ਵਿੱਚ ਸੁਣਦਾ। ਗੁਰੂ ਘਰ ਵਿੱਚ ਕਿੰਨੀਆਂ ਸਾਖੀਆਂ ਇਸ ਤਰ੍ਹਾਂ ਮਿਲਦੀਆਂ ਪਿਆਰਿਓ। ਮਾਵਾਂ ਨੇ ਬਾਣੀ ਸੁਣੀ, ਮਾਵਾਂ ਨੇ ਕਥਾ ਸੁਣੀ, ਤੇ ਆਉਣ ਵਾਲੇ ਗੁਰਸਿੱਖ ਕਿੰਨੇ ਸ਼ੇਰ ਬਹਾਦਰ ਹੋਏ ਪਿਆਰੇ। ਮਾਵਾਂ ਦੇ ਉੱਤੇ ਕਿੰਨਾ ਅਸਰ ਹੈ। ਪ੍ਰਹਲਾਦ ਇਸ ਕਰਕੇ ਭਗਤ ਹੋਇਆ, ਉਹਦੇ ਤੇ ਅਸਰ ਸਤਸੰਗ ਦਾ ਸੀਗਾ। ਸਤਸੰਗ ਦੀ ਸ਼੍ਰੀ ਰਾਮਚੰਦਰ ਜੀ ਦਾ ਜਦੋਂ ਜਿਸ ਵੇਲੇ ਅਵਤਾਰ ਹੋਣਾ ਸੀ, ਇਹਨਾਂ ਦੇ ਪਿਤਾ ਦਸ਼ਰਥ ਨੇ ਰਿਸ਼ੀ ਮੁਨੀ ਲੈਣ ਦੇ ਸਤਸੰਗ ਬਣ ਗਿਆ ਕਿ ਇਸ ਮਾਤਾ ਦੇ ਗ੍ਰਹਿ ਵਿਖੇ ਤ੍ਰੇਤਾ ਯੁੱਗ ਦੇ ਅਵਤਾਰ ਨੇ ਆਉਣਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਆਪਣੇ ਬਚਨਾਂ ਵਿੱਚ ਲਿਖਦੇ ਨੇ, ਤਾਤ ਮਾਤ ਮੁਰ ਅਲਖ ਰਾਧਾ ਬਹੁ ਵਿਦ ਜੋ ਸਾਧਨਾ ਸਾਧਾ, ਤਿੰਨ ਜੋ ਕਰੀ ਲੱਖ ਕੀ ਸੇਵਾ, ਤਾਤੇ ਭੈ ਪ੍ਰਸੰਨ ਗੁਰਦੇਵਾ। ਮਾਤਾ ਪਿਤਾ ਦੀ ਕਮਾਈ ਕਿੰਨੀ ਸੀ? ਕੇਵਲ ਦੁਨੀਆ ਦੇ ਇੱਕੋ ਇੱਕ ਮਾਤਾ ਧੰਨ ਧੰਨ ਮਾਤਾ ਗੁਜਰ ਕੌਰ ਜੀ ਸਨ, ਜਿਹੜੇ ਦਸਮ ਪਾਤਸ਼ਾਹ ਜਿਹੜੇ ਮਾਤਾ ਬਣ ਸਕਦੇ, ਹੋਰ ਕਿਸੇ ਦੀ ਕਮਾਈ ਨਹੀਂ ਸੀ। ਇਸ ਕਰਕੇ ਮੇਰੀ ਬੇਨਤੀ ਹੈ, ਆਪ ਅੰਮ੍ਰਿਤਧਾਰੀ ਹੋਈਏ, ਬੱਚਿਆਂ ਨੂੰ ਅੰਮ੍ਰਿਤਧਾਰੀ ਕਰੀਏ, ਨਸ਼ਿਆਂ ਤੋਂ ਬਚਾਈਏ। ਭਾਈ ਸੈਂਟਰ ਸਰਕਾਰ, ਸਟੇਟ ਸਰਕਾਰ, ਉਹ ਵੀ ਆਪਣੇ ਫਰਜ਼ ਪਛਾਣੇ, ਕਿਉਂਕਿ ਇਹ ਜਿਹੜਾ ਸਾਡਾ ਦੇਸ਼ ਹੈ ਇਸ ਨੇ ਬੜੀ ਗੁਲਾਮੀ ਝੱਲੀ ਹੈ, ਬੜਾ ਇਤਿਹਾਸ ਹੈ ਇਸ ਦਾ। ਤੇ ਇਸ ਕਰਕੇ ਹੁਣ ਸੁਖ ਸ਼ਾਂਤੀ ਰਵੇ। ਤੇ ਇਹ ਜਿਹੜੇ ਨਸ਼ਿਆਂ ਦੇ ਵਾਰ ਹੋ ਰਹੇ ਨੇ ਨਾ, ਜੇਕਰ ਤੋਪਾਂ ਦੇ ਗੋਲੇ ਪਏ, ਮਸੈਲਾਂ ਪਈਆਂ, ਤੋਪਾਂ ਦੇ ਗੋਲੇ ਪਏ, ਉਹ ਤੇ ਚੱਲ ਲਏ, ਪਰ ਆ ਜਿਹੜੇ ਨਸ਼ਿਆਂ ਦੇ ਕੈਪਸੂਲ ਨੇ, ਇਹ ਤੋਪਾਂ ਦੇ ਗੋਲਿਆਂ ਨਾਲੋਂ ਵਾਰ ਜ਼ਿਆਦਾ ਕਰ ਰਹੇ ਨੇ। ਇੱਥੋਂ ਤਾਂ ਤੁਸੀਂ ਹੈਰਾਨ ਹੋ ਜਾਓਗੇ। ਟਾਈਮ ਹੋ ਰਿਹਾ, ਮੈਂ ਬੇਨਤੀ ਕਰਾਂ, ਜਿਹੜਾ ਨਸ਼ਾ ਅੱਜ ਚੱਲ ਪਿਆ, ਜਿਹੜੇ ਜਵਾਨ ਨੂੰ ਨਸ਼ਾ ਲੱਗ ਗਿਆ, ਉਹਦੇ ਘਰ ਔਲਾਦ ਨਹੀਂ ਹੋਏਗੀ। ਧਿਆਨ ਦਿਓ ਸਾਰੇ, ਜਿਹੜਾ ਸਾਡਾ ਬੱਚਾ ਨਸ਼ੇ ਵਿੱਚ ਲੱਗ ਜਾਏਗਾ ਔਰ ਇੱਥੋਂ ਤੱਕ ਉਹਦੇ ਘਰ ਔਲਾਦ ਨਹੀਂ ਹੋਏਗੀ, ਤੇ ਜੇ ਹੋਏਗੀ ਤੇ ਕਿਸ ਤਰ੍ਹਾਂ ਦੀ? ਆ ਕੁਝ ਸਾਲ ਪਹਿਲਾਂ ਜਦੋਂ ਮਹਾਂਪੁਰਸ਼ ਸ੍ਰੀ ਸਨ, ਇੱਕ ਅਮੀਰ ਘਰ ਦੀ ਲੜਕੀ ਮਹਾਂਪੁਰਸ਼ਾਂ ਨੂੰ ਬੇਨਤੀ ਕਰਦੀ, ਇੱਥੇ ਰਤਵਾੜਾ ਸਾਹਿਬ, ਬਾਬਾ ਜੀ ਮੇਰੀ ਅਰਦਾਸ ਕਰੋ। ਆ ਮਾਵਾਂ ਬੀਬੀਆਂ ਪੁੱਤਰ ਦੀਆਂ ਦਾਤਾਂ ਮੰਗਦੀਆਂ, ਆ ਧੀ ਨਹੀਂ ਮੰਗਦਾ ਕੋਈ ਵੀ। ਕਿਤੇ ਸੁਣਿਆ ਜੇ? ਕੋਈ ਵਿਰਲਾ ਹੀ ਹੋਏਗਾ, ਸਾਰੇ ਪੁੱਤਰ ਮੰਗਦੇ ਆ। ਤੇ ਜਦੋਂ ਵਿਆਹੁਣਾ ਉਦੋਂ ਬਗਾਨੀ ਧੀ ਨਾਲ ਵਿਆਹੁਣਾ, ਫਿਰ ਨਹੀਂ। ਧੀਆਂ ਵੀ ਤੇ ਪੁੱਤਰ ਵੀ ਉਹਦੀ ਦਾਤ ਹੈ ਪਿਆਰਿਓ। ਖੈਰ, ਮਹਾਂਪੁਰਸ਼ਾਂ ਨੂੰ ਕਹਿੰਦੀ ਹੈ, ਕੀ ਕਹਿੰਦੀ ਹੈ? ਬਾਬਾ ਜੀ ਇੱਕ ਮੇਰੀ ਬੇਨਤੀ ਹੈ, 10 ਬੇਟੀ 10 ਧੀਏ, ਹਰ ਇੱਕ ਦੀ ਅਰਦਾਸ ਹਰ ਇੱਕ ਦੀ ਸੁਣਦੇ, ਚਾਹੇ ਬੱਚਾ ਹੋਵੇ ਚਾਹੇ ਕੋਈ ਹੋਵੇ, ਗਰੀਬ ਅਮੀਰ ਦੀ ਗੱਲ ਨਹੀਂ। ਮਹਾਂਪੁਰਸ਼ ਹਰ ਇੱਕ ਦੀ ਸੁਣਦੇ ਸੀ, ਸਭ ਨੂੰ ਦਿਲਾਸਾ ਦਿੰਦੇ ਆ। 10 ਬੇਟੀ ਕੀ ਗੱਲ ਹੈ? ਕਹਿੰਦੀ ਮੇਰੀ ਅਰਦਾਸ ਕਰੋ ਬਾਬਾ ਜੀ, ਮੇਰੇ ਘਰ ਕੋਈ ਔਲਾਦ ਨਾ ਹੋਵੇ। ਇੱਥੋਂ ਦਾ ਬਚਨ ਹੈ ਰਤਵਾੜਾ ਸਾਹਿਬ ਦਾ, ਹੁਣ ਮੈਂ ਨਾਂ ਨਹੀਂ ਲੈਣੇ। ਬੇਟੀ ਕੀ ਗੱਲ ਹੈ? ਬਾਬਾ ਜੀ ਮੈਂ ਅਮੀਰ ਘਰ ਦੀ ਬੱਚੀ ਹਾਂ, ਮੇਰਾ ਪਤੀ ਬੜਾ ਅਮੀਰ ਹੈ, ਪਰ ਹਰ ਨਸ਼ਾ ਖਾਂਦਾ ਪੀਂਦਾ ਹੈ। ਮੈਂ ਪੜ੍ਹੀ ਲਿਖੀ ਹਾਂ, ਮੈਨੂੰ ਪਤਾ ਹੈ ਮੇਰੇ ਘਰ ਜਿਹੜਾ ਬੱਚਾ ਹੋਏਗਾ ਜੰਮਦੇ ਨੂੰ ਕੈਂਸਰ ਹੋਏਗੀ, ਜੰਮਦੇ ਨੂੰ ਆਹ ਬਿਮਾਰੀ ਹੋਏਗੀ, ਉਹ ਤੜਫ ਤੜਫ ਕੇ ਮਰੇਗਾ। ਇਹਦੇ ਨਾਲ ਚੰਗਾ ਮੈਂ ਮਾਂ ਹੀ ਨਾ ਬਣਾ।
ਇਸ ਕਰਕੇ ਜਿੱਥੇ ਆਪਾਂ ਇੰਨਾ ਕੁਛ ਕਰਨੇ ਆ, ਇਸ ਪਾਸੇ ਵੀ ਅਸੀਂ ਧਿਆਨ ਦਈਏ। ਬਹੁਤ ਸਾਰੀਆਂ ਸੰਗਤਾਂ ਨੇ ਜਾਣਾ, ਬਹੁਤ ਸਾਰੀਆਂ ਸੰਗਤਾਂ ਨੇ ਸ਼ਾਮ ਨੂੰ ਆਉਣਾ। ਸਤਿਕਾਰਯੋਗ ਬੀਜੀ ਰਾਤ ਦੇ ਦੀਵਾਨ ਦੇ ਵਿੱਚ ਉਹਨਾਂ ਦੇ ਜੀਵਨ ਬਾਰੇ, ਪਵਿੱਤਰ ਜੀਵਨ ਬਾਰੇ ਸਾਰਿਆਂ ਨੇ ਆਪ ਜੀ ਦੀਆਂ ਝੋਲੀਆਂ ਭਰਨੀਆਂ ਨੇ। ਹੁਣ ਸਾਰੇ ਗੁਰਸਤੋਤਰ ਵਿੱਚ ਬੋਲੋ, ਅਰਦਾਸ ਸੱਚੇ ਪਾਤਸ਼ਾਹ ਜੀ ਦੇ ਹੁਕਮਨਾਮੇ ਸਰਵਣ ਕਰੋ। ਭਾਈ ਜਸਵੰਤ ਸਿੰਘ ਜੀ ਰਾਤ ਦਾ ਪ੍ਰੋਗਰਾਮ ਦੱਸ ਦੇਣਗੇ। ਕਈ ਗੁਰਮੁਖ ਪਿਆਰੇ ਰਾਗੀ ਟਾਡੀ ਜਾਂ ਮਹਾਂਪੁਰਖ ਜਿਹੜੇ ਨੇ ਉਹ ਪਹਿਲਾਂ ਨਹੀਂ ਆਏ, ਉਹਨਾਂ ਨੇ ਰਾਤ ਨੂੰ ਆਉਣਾ ਜਾਂ ਕੋਈ ਪਹਿਲਾਂ ਆ ਗਏ ਨੇ, ਉਹ ਸਾਰਾ ਭੋਗ ਪੈਣ ਤੋਂ ਬਾਅਦ ਟਾਈਮ ਜਿਹੜਾ ਹੈ ਸੈੱਟ ਹੋਏਗਾ। ਕਰੀਬ 11 11:30 ਦੇ ਵਿੱਚ ਜਿਹੜੀ ਸਾਰੀ ਸੰਪੂਰਨਤਾ ਜਿਹੜੀ ਹੈ ਉਹ ਹੋਣੀ ਹੈ। ਆਪ ਜੀ ਬਹੁਤ ਦੂਰ ਦੂਰ ਤੋਂ ਚੱਲ ਕੇ ਆਏ ਵੇ ਸੰਗਤ ਹਾ ਪ੍ਰਭ ਵਸਿਆ ਜੀ। ਆਪ ਜੀ ਨੂੰ ਦਾਸ ਸੀਸ ਝੁਕਾਉਂਦਾ, ਸਾਰਾ ਟਰਸਟ ਵਾਲਾ ਸਾਹਿਬ ਦਾ ਆਪ ਜੀ ਨੂੰ ਸੀਸ ਝੁਕਾਉਂਦਾ ਹੈ, ਕਿਉਂਕਿ ਆਪ ਪਿਆਰ ਵਾਲੇ ਹੋ। ਇਹਨਾਂ ਹਾਲਾਤਾਂ ਵਿੱਚ ਹੀ ਆਪ ਜੀ ਸਾਰੇ ਕਾਰੋਬਾਰ ਛੱਡ ਕੇ ਪਰਵਾਹ ਨਹੀਂ ਕੀਤੀ ਤੇ ਆਪ ਜੀ ਇੱਥੇ ਪਹੁੰਚੇ ਹੋ। ਬਹੁਤ ਸਾਰੀਆਂ ਸੰਗਤਾਂ ਫੌਰਨ ਦੀਆਂ ਜਿਹੜੀਆਂ ਹਨ ਉਹ ਸਰੀਰ ਕਰਕੇ ਨਹੀਂ ਪਹੁੰਚੀਆਂ, ਪਰ ਮਨ ਕਰਕੇ ਉਹਨਾਂ ਦੀ ਹਾਜ਼ਰੀ ਇੱਥੇ ਪਿਆਰੇ ਲੱਗ ਰਹੀ ਹੈ ਤੇ ਲਾਈਵ ਵੀ ਚੱਲ ਰਹੇ ਦੇਖ ਰਹੇ ਹਨ। ਆਤਮ ਮਾਰਗ ਬਾਰੇ ਬਾਬਾ ਹਰਪਾਲ ਸਿੰਘ ਜੀ ਨੇ ਵੀ ਬੇਨਤੀ ਕੀਤੀ ਹੈ, ਸਾਰਿਆਂ ਨੂੰ ਬੜਾ ਜ਼ਰੂਰੀ ਹੈ ਪਿਆਰਿਓ। ਇਹ ਕਿਸੇ ਪ੍ਰੋਫਿਟ ਵਾਸਤੇ ਨਹੀਂ, ਸ਼ਬਦ ਲੰਗਰ ਕਿ ਘਰ ਘਰ ਜਾਵੇ ਪੜ੍ਹਨ। ਕਈਆਂ ਨੇ ਪੜ੍ਹ ਕੇ ਕੇਸ ਰੱਖ ਲਏ, ਕਈਆਂ ਨੇ ਪੜ੍ਹ ਕੇ ਨਸ਼ੇ ਛੱਡਦੇ, ਕਈਆਂ ਨੇ ਪੜ੍ਹ ਕੇ ਅੰਮ੍ਰਿਤ ਛਕ ਲਿਆ, ਕਈਆਂ ਨੂੰ ਨਾਮ ਦੀਆਂ ਜਿੱਤੀਆਂ ਇਹਦੇ ਵਿੱਚੋਂ ਮਿਲ ਗਈਆਂ ਪਿਆਰੇ। ਜੋ ਸੁੱਤ ਸ਼ਬਦ ਮਾਰਗ ਹੈ, ਹੋਰ ਪੁਸਤਕਾਂ ਵਿੱਚ ਆਉਂਦੀਆਂ ਮਹਾਂਪੁਰਸ਼ਾਂ ਦੇ ਬਚਨ ਜੀਵਨ ਬਦਲ ਦਿੰਦੇ ਪਿਆਰਿਓ। ਤੇ ਉਹ ਸਾਡੇ ਅੰਦਰ ਇਹ ਹੈ। ਇਹ ਇੱਕ ਪੁਸਤਕ ਜਿਹੜੀ 62-63 ਪੰਨੇ ਦੀ ਹੈ, 125 ਪੰਨੇ ਦੀ ਇੱਕ ਪੁਸਤਕ ਬਣਦੀ ਜਿਹੜੀ ਘੱਟੋ ਘੱਟ 200 ਰੁਪਏ ਦੀ ਆਏਗੀ, ਪਰ 300 ਰੁਪਇਆ ਸਾਲ ਦਾ। ਪਰ ਨਹੀਂ, ਗੁਰੂ ਦੇ ਪਿਆਰੇ ਬਾਹਰ ਬੈਠੇ, ਕਿੰਨੀ ਭਾਵਨਾ ਉਹਨਾਂ ਦੇ ਅੰਦਰ ਵੀ ਸੰਗਤਾਂ ਤੱਕ ਪਹੁੰਚੇ। ਕਹਿੰਦੇ 200 ਰੁਪਇਆ ਅਸੀਂ ਦਿਆਂਗੇ, ਸਿਰਫ 100 ਰੁਪਇਆ ਲਿਓ। ਤੇ ਇਸ ਤੋਂ ਵੀ ਅੱਗੇ ਹੈ ਕਿ ਭਾਈ ਜੇ ਕੋਈ ਗਰੀਬ ਹੈ ਤੇ ਕੋਈ ਗੱਲ ਨਹੀਂ, ਇੱਕੋ ਹੀ ਹੈ ਵੀ ਇਹ ਘਰ ਘਰ ਪਹੁੰਚੇ। ਹੁਣ ਤੁਹਾਡਾ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਆਪਾਂ ਆਪ ਮੈਂਬਰ ਬਣੀਏ। ਭਾਈ ਜੇ ਕੋਈ ਗਰੀਬ ਹੈ ਫਰੀ ਆਪਣਾ ਐਡਰੈਸ ਲਿਖਾ ਦਿਓ। ਉਹਨਾਂ ਨੇ ਕਿਹਾ ਇਹ ਦਿੱਤਾ ਬਾਬਾ ਹਰਪਾਲ ਸਿੰਘ ਉਹਨਾਂ ਦੱਸਿਆ, ਕੋਈ ਗੱਲ ਨਹੀਂ, ਇਹ ਤੇ ਇੱਧਰੋਂ ਤੁਹਾਡੇ ਕੋਲੋਂ ਆ ਰਿਹਾ, ਤੁਹਾਡੇ ਜਾ ਰਿਹਾ, ਕੋਈ ਗੱਲ ਹੀ ਨਹੀਂ ਪਿਆਰੇ, ਤੁਹਾਡਾ ਹੀ ਹਮਾਇਆ ਤੁਹਾਡੀ ਹੈ, ਕੋਈ ਨਹੀਂ। ਇੱਕ ਵੱਡੀ ਸੇਵਾ ਹੈ ਗੁਰੂ ਘਰ ਦੀ ਤੇ ਆਪ ਜੀ ਉਹਦੇ ਮੈਂਬਰ ਆਪ ਬਣ ਕੇ ਹੋਰ ਭਾਈ ਸਾਰੇ ਮੈਂਬਰ ਬਣਾਓ। ਘੱਟੋ ਘੱਟ ਜਿਵੇਂ ਵੀ ਇਹ ਸਿਰਫ 100 ਰੁਪਏ 'ਚ ਹੀ ਹੈ। 100 ਰੁਪਏ ਦਾ ਮੈਂ ਤਾਂ ਪਹਿਲਾਂ ਬੇਨਤੀ ਕੀਤੀ, ਜੇ ਅੱਤ ਗਰੀਬ ਹੈ ਕੋਈ 100 ਰੁਪਏ ਵੀ ਭਾਵੇਂ ਨਾ ਦੇਵੇ, ਕੋਈ ਗੱਲ ਨਹੀਂ, ਪਰ ਇੰਨਾ ਕੁ 100 ਨਾਲ ਹੁੰਦਾ ਵੀ ਚਲੋ ਪੜ੍ਹੇਗਾ ਤਾਂ ਸਹੀ ਕੋਈ। ਇੱਕ ਗੁਰਸਿੱਖ ਨੂੰ ਇੱਕ ਈਸਾਈ ਮਤ ਦੇ ਪ੍ਰਚਾਰਕ ਨੇ ਆਪਣੀ ਪੁਸਤਕ ਦਿੱਤੀ ਹੈ। ਉਹ ਗੁਰਸਿੱਖ ਕਹਿੰਦਾ ਹੈ ਤੁਸੀਂ ਮੈਨੂੰ ਕਿਉਂ ਦੇ ਰਹੇ ਹੋ? ਕਹਿੰਦੇ ਨਹੀਂ ਤੁਸੀਂ ਲੈ ਜਾਓ। ਕਹਿੰਦੇ ਤੁਹਾਨੂੰ ਪਤਾ ਮੈਂ ਗੁਰੂ ਕਾ ਸਿੱਖ ਹਾਂ, ਮੈਂ ਤਾਂ ਪੜ੍ਹਨੀ ਨਹੀਂ, ਮੈਨੂੰ ਕਿਉਂ ਦੇ ਰਹੇ ਹੋ? ਕਹਿੰਦੇ ਸਾਨੂੰ ਵੀ ਪਤਾ ਤੁਸੀਂ ਨਹੀਂ ਪੜ੍ਹਨੀ, ਸਾਨੂੰ ਵੀ ਪਤਾ ਤੁਸੀਂ ਨਹੀਂ ਪੜ੍ਹਨੀ, ਤੁਸੀਂ ਘਰ ਜਾ ਕੇ ਰੱਖ ਦਿਓਗੇ, ਠੀਕ ਹੈ। ਇਸ ਪੁਸਤਕ ਦੇ ਕਾਗਜ਼ ਦੀ ਜਿਹੜੀ ਗਰੰਟੀ ਹੈ, ਬੁਨਿਆਦ ਹੈ, 100 ਸਾਲ ਤੱਕ ਹੈ। ਤੁਸੀਂ ਨਹੀਂ ਪੜ੍ਹੋਗੇ, ਤੁਹਾਡਾ ਪੁੱਤਰ ਵੀ ਨਹੀਂ ਪੜ੍ਹੇਗਾ। ਹੋ ਸਕਦਾ ਤੁਹਾਡਾ ਪੋਤਰਾ ਵੇਖ ਲੈ, ਮੇਰੇ ਦਾਦੇ ਨੇ ਬਾਪੂ ਨੇ ਰੱਖੀ ਹੈ ਕਿਤਾਬ, ਜੇ ਉਹਨੇ ਇੱਕ ਪੰਨਾ ਵੀ ਪੜ੍ਹ ਲਿਆ ਤੇ ਸਾਡਾ ਪ੍ਰਚਾਰ ਹੋ ਜਾਏਗਾ। ਉਹਨਾਂ ਅੰਦਰ ਇੰਨਾ ਵਿਸ਼ਵਾਸ ਹੈ ਤੇ ਅਸੀਂ ਗੁਰੂ ਦੀ ਬਾਣੀ ਦਾ ਕਿਉਂ ਨਾ ਪ੍ਰਚਾਰ ਕਰੀਏ ਪਿਆਰੇ। ਅਨੇਕ ਬੇਨਤੀਆਂ ਕੀਤੀਆਂ। ਕੋਟਨ ਕੋਟ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਹੈ। ਸੰਗਤਾਂ ਦੂਰੋਂ ਚੱਲ ਕੇ ਆਈਆਂ, ਬੜੇ ਮਾਈ ਪਾਈ ਸੇਵਾ 'ਚ ਲੱਗੇ, ਪਰ ਸਾਰਾ ਹੀ ਇੱਕ ਪਰਿਵਾਰ ਹੈ। ਭਾਈ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਅਸੀਸਾਂ ਦੇਣੀਆਂ ਤੁਸੀਂ। ਅਸੀਂ ਸੇਵਾਦਾਰ, ਸਾਨੂੰ ਸੇਵਾ ਕਰਨ ਦੀ ਜਾਚ ਆ ਜਾਵੇ ਭਾਈ, ਤੁਸੀਂ ਚਿਤਾਰਨਾ ਨਹੀਂ, ਕਿਉਂਕਿ ਸੰਗਤ ਰੱਬ ਰੂਪ ਹੈ। ਇਸ ਕਰਕੇ ਬਹੁਤ ਸਾਰੇ ਪ੍ਰੇਮੀ ਜਿੱਥੇ ਜਿੱਥੇ ਹੈ, ਕਿਸੇ ਤਰ੍ਹਾਂ ਦੀ ਵੀ ਕੋਈ ਵੀ ਸਾਡੇ ਕੋਲੋਂ ਭੁੱਲ ਹੋ ਗਈ ਹੋਵੇ, ਅਸੀਂ ਆਪ ਜੀ ਦਾ ਇੰਤਜ਼ਾਮ ਨਾ ਕਰ ਸਕੇ ਹੋਈਏ ਕਿਸੇ ਤਰ੍ਹਾਂ ਦੀ, ਤੇ ਫਿਰ ਹੀ ਤੁਸੀਂ ਅਰਦਾਸ ਕਰਕੇ ਹੀ ਜਾਣਾ। ਵੱਧ ਤੋਂ ਵੱਧ ਰਾਤ ਦੇ ਪ੍ਰੋਗਰਾਮ ਵਿੱਚ ਆਪ ਜੀ ਨੇ ਸ਼ਾਮਲ ਹੋਣਾ, ਤਾਂ ਕਿ ਆਪਾਂ ਇਹ ਪ੍ਰੋਗਰਾਮ ਵਿੱਚ ਸਰਵਣ ਕਰ ਸਕੀਏ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਸਾਰੇ ਆਏ ਮਹਾਂਪੁਰਸ਼ਾਂ ਦਾ, ਗੁਰੂ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ। ਦਾ ਸੀਸ ਝੁਕਾਉਂਦਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।